ਹੈਲੋ ਐਂਡ ਵੈਲਕਮ ਟੂ ਰੇਸ ਅਕੈਡਮੀ ऑफिशियल। सत श्री अकाल साਰਿਆਂ ਨੂੰ ਨਮਸਤੇ ਆਦਾਬ। ਸੋ ਆਫਲਾਈਨ ਜਿਹੜਾ ਆਪਣਾ ਸੈਂਟਰ ਆ ਉੱਥੇ ਮੌਕ ਟੈਸਟ ਆ ਜਿਹੜੇ ਉਹ ਹੁੰਦੇ ਰਹਿੰਦੇ ਆ। ਸੋ ਉਹਦੇ ਵਿੱਚ ਮੌਕ ਟੈਸਟ ਹੋਇਆ ਸੀਗਾ ਇੱਕ ਹਿਸਟਰੀ ਦਾ ਸੈੱਟ ਪਹਿਲਾਂ। ਜੇਕਰ ਕਿਸੇ ਨੇ ਆਫਲਾਈਨ ਟੈਸਟ ਸੀਰੀਜ਼ ਜੁਆਇਨ ਕਰ ਰੱਖੀ ਹੈ ਜਾਂ ਆਫਲਾਈਨ ਟੈਸਟ ਕਿਸੇ ਕੋਲੇ ਹੈਗਾ ਤਾਂ ਉਹ ਇਸ ਟੈਸਟ ਨੂੰ ਵੀ ਦੇਖ ਸਕਦੇ ਆ। ਠੀਕ ਹੈ, ਸੋ ਕਹਿਣ ਦਾ ਮਤਲਬ ਕੀ ਆ ਕਿ ਇਸ ਪੇਪਰ ਨੂੰ ਆਪਾਂ ਪੂਰੇ ਨੂੰ ਸੋਲਵ ਕਰਾਂਗੇ। ਸੈਕਸ਼ਨਲ ਟੈਸਟ ਵੀ ਹੁੰਦੇ ਆ, ਫੁੱਲ ਮੌਕ ਟੈਸਟ ਵੀ ਹੁੰਦੇ ਆ ਤੇ ਇਹਦੇ ਵਿੱਚ 100 ਕੁਐਸਚਨ ਹੈ। ਸੋ ਆਪਾਂ ਉਹ ਹੋ ਸਕਦਾ ਇੱਕ ਕਲਾਸ ਦੇ ਵਿੱਚ ਕਵਰ ਕਰ ਲਈਏ ਜਾਂ ਜੇ ਜ਼ਿਆਦਾ ਟਾਈਮ ਲੱਗ ਗਿਆ ਤਾਂ ਆਪਾਂ 2 ਕਲਾਸਾਂ ਵੀ ਬਣਾ ਸਕਦੇ ਹਾਂ। ਤਾਂ ਚਲੋ ਆਪਾਂ ਕਰਦੇ ਹਾਂ ਸਟਾਰਟ। ਕੁਐਸਚਨ ਹਿਸਟਰੀ ਦੇ ਇਹ MCQ ਆ, ਬਹੁਤ ਹੀ ਵਧੀਆ ਤਰੀਕੇ ਦੇ ਨਾਲ ਜਿਹੜਾ ਤੁਹਾਡਾ ਇਹ ਪੇਪਰ ਬਣਾਇਆ ਗਿਆ ਸੀਗਾ। ਹੋਪ ਸੋ ਪੇਪਰ ਦੇ ਵਿੱਚ ਤੁਹਾਨੂੰ ਇਹਦੇ ਵਿੱਚੋਂ ਕੁਐਸਚਨ ਮਿਲ ਜਾਣ। YouTube ਤੇ ਵੀ ਇਹ ਮੈਂ ਲੈਕਚਰ ਪਾ ਰਿਹਾ। ਜੇਕਰ ਕੋਈ YouTube ਤੇ ਨਵਾਂ ਤਾਂ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈ, ਨਾਲ ਬੈਲ ਆਈਕਨ ਦਬਦਿਆ ਕਰੋ। ਤੇ ਬਾਕੀ ਇਸ ਤੋਂ ਪਹਿਲਾਂ ਵੀ ਬਹੁਤ ਸਾਰੇ ਮੈਂ ਮੈਗਾ ਸੈਸ਼ਨਸ ਜਿਹੜੇ ਉਹ ਲੈ ਰਿਹਾਗਾ ਰਾਈਟ, ਅਤੇ ਉਹ ਤੁਸੀਂ ਜ਼ਰੂਰ ਦੇਖਣਾ। ਇਸ ਤੋਂ ਪਹਿਲਾਂ ਜਿਵੇਂ ਪੋਲਿਟੀ ਦੀ MCQ ਆ ਜਾਂ ਇੱਕ ਸੀਰੀਜ਼ ਚਲਾ ਰੱਖੀ ਹੈ ਤਾਂ ਤੁਸੀਂ ਪਲੇਲਿਸਟ ਦੇ ਵਿੱਚ ਜਾ ਕੇ ਸਾਰਾ ਕੁਝ ਦੇਖ ਸਕਦੇ ਹੋ। ਬਾਕੀ ਆਈ ਬਟਨ ਆ ਜਾਊਗਾ, ਉੱਥੇ ਵੀ ਜਾ ਕੇ ਤੁਸੀਂ ਦੇਖ ਸਕਦੇ ਹੋ। ਚਲੋ ਖੈਰ, ਤਾਂ ਕੁਐਸਚਨ ਤੁਹਾਡੇ ਵਾਸਤੇ ਹੈ। ਨਾਲ ਦੀ ਨਾਲ ਤੁਸੀਂ ਆਪਣੇ ਆਨਸਰ ਸੋਚਣੇ ਆ, ਆਪਣੀ ਕਾਪੀ ਪੈਨ ਜੋ ਵੀ ਤੁਸੀਂ ਆਨਸਰ ਲਗਾ ਸਕਦੇ ਹੋ। ऑन imprisonment in 1908 by the British ਬਾਲ ਗੰਗਾਧਰ ਤਿਲਕ was sent to। ਬਾਲ ਗੰਗਾਧਰ ਤਿਲਕ ਯਾਨੀ ਕਿ ਲਾਲ ਬਾਲ ਪਾਲ ਦੇ ਵਿੱਚੋਂ ਇੱਕ ਹੈ ਬਾਲ ਗੰਗਾਧਰ ਤਿਲਕ। ਜਿਹੜੇ ਮੋਡਰੇਟਰ ਤੇ ਆਪਾਂ ਐਕਸਟ੍ਰੀਮਿਸਟ ਦੀ ਗੱਲ ਕਰਦੇ ਜਿਹੜੇ 1907 ਦੇ ਵਿੱਚ ਸੂਰਤ ਸਪਲਿਟ ਹੋ ਜਾਂਦਾ ਗਾ, ਤਾਂ ਐਕਸਟ੍ਰੀਮਿਸਟ ਦੇ ਤੌਰ ਤੇ ਜਾਣੇ ਜਾਂਦੇ ਜਿਹੜੇ ਬਾਲ ਗੰਗਾਧਰ ਤਿਲਕ ਆ। ਇਹਨਾਂ ਨੂੰ ਜੇਲ੍ਹ ਹੋਈ ਸੀ 1908 ਤੋਂ ਲੈ ਕੇ 14 ਰਾਈਟ ਆ। ਫਿਰ 1915 ਉਸ ਤੋਂ ਬਾਅਦ 1916 ਦੇ ਵਿੱਚ ਲਖਨਊ ਜਿਹੜਾ ਆਪਾਂ ਜਿਹੜੀ ਗੱਲ ਕਰਦੇ ਆ ਮੁਸਲਿਮ ਲੀਗ ਤੇ ਯਾਨੀ ਐਕਸਟ੍ਰੀਮਿਸਟ ਤੇ ਮੋਡਰੇਟ ਆ ਜਿਹੜੇ, ਹਾਲਾਂਕਿ ਮੁਸਲਿਮ ਲੀਗ ਵੀ ਇੰਡੀਅਨ ਨੈਸ਼ਨਲ ਕਾਂਗਰਸ ਦੇ ਨਾਲ ਮਿਲ ਜਾਂਦੀ ਹੈ ਰਾਈਟ। ਅਤੇ ਉਸ ਤੋਂ ਬਾਅਦ ਫਿਰ 1917 ਜਦੋਂ ਆਪਾਂ ਐਨੀ ਬਸੰਤ ਦੇ ਨਾਲ ਪੜ੍ਹਦੇ ਹਾਂ ਕਿ ਭਾਈ ਜਿਹੜੀ ਹੋਮ ਰੂਲ ਲੀਗ ਆ ਜਿਹੜੀ ਚਲਾਈ ਜਾਂਦੀ ਹੈ। ਸੋ ਬੇਸਿਕਲੀ ਇਹਨਾਂ ਦਾ ਟਾਈਮ ਪੀਰੀਅਡ ਆ ਜਿਹੜਾ ਉਹ ਕਿੱਥੇ ਜੇਲ੍ਹ ਦੇ ਵਿੱਚ ਕਿੱਥੇ ਇਹਨਾਂ ਨੂੰ ਭੇਜਿਆ ਜਾਂਦਾ ਗਾ। ਰੰਗੂਨ ਹੈ, ਸਿੰਗਾਪੁਰ ਹੈ, ਮੈਂਡਾਲੇ ਹੈ ਜਾਂ ਅੰਡੇਮਾਨ ਨਿਕੋਬਾਰ ਹੈ। ਸੋ ਓਬਵੀਅਸ ਗੱਲ ਇਹਦਾ ਆਨਸਰ ਸਾਰਿਆਂ ਨੂੰ ਹੀ ਪਤਾ ਹੋਊਗਾ। ਬਹੁਤ ਹੀ ਸੌਖਾ ਕੁਐਸਚਨ ਹੈ ਐਂਡ ਇਹ ਕੁਐਸਚਨ ਬਹੁਤ ਵਾਰ ਪੁੱਛਿਆ ਜਾਂਦਾ ਗਾ ਰਾਈਟ ਹੈ। ਯਾਨੀ ਇਹਦਾ ਜਿਹੜਾ ਆਨਸਰ ਆ ਜਾਊਗਾ ਉਹ ਆ ਜਾਊਗਾ ਮੈਂਡਲੇ। ਠੀਕ ਹੋ ਗਿਆ। ਕਿੱਥੇ ਹੈ ਭਲਾ ਇਹ? ਬਰਮਾ। ठीक है, म्यांमार आजकल कहने। ठीक हो गया। चलो अगला क्वेश्चन की है कि विच ऑफ द फॉलोइंग वाज द फर्स्ट इंग्लिश शिप दैट केम टू इंडिया। सो केड़ा शिप सीगा? एलिजाबेथ, बंगाल ਜਾਂ ਫਿਰ ਰੈੱਡ ਡਰੈਗਨ ਐਂਡ ਮੇਫਲਾਵਰ ਰਾਈਟ। ਸੋ ਆਨਸਰ ਸਾਰਿਆਂ ਨੂੰ ਹੀ ਇਹਦਾ ਪਤਾ ਹੋਊਗਾ। ਸੌਖਾ ਗਾ ਸਾਰਾ। ਮੈਂ ਥਿਓਰੇਟੀਕਲ ਪੋਰਸ਼ਨ ਦੇ ਵਿੱਚ ਵੈਸੇ ਪੜ੍ਹਾ ਰੱਖਿਆ ਗਾ, ਜਿਨ੍ਹਾਂ ਨੇ ਮੇਰੇ ਤੋਂ ਥਿਓਰੀ ਪੜ੍ਹ ਰੱਖੀ ਆ। ਰੈੱਡ ਡਰੈਗਨ ਰਾਈਟ 1601 ਦੇ ਵਿੱਚ ਸੀਗਾ ਆਈ ਥਿੰਕ ਰਾਈਟ। ਸੋ ਇਹ ਇੰਪੋਰਟੈਂਟ ਹੈ ਨਹੀਂ, ਜੋ ਇੰਪੋਰਟੈਂਟ ਆ ਉਹ ਨਾਮ ਹੈ, ਉਹ ਤੁਸੀਂ ਯਾਦ ਜ਼ਰੂਰ ਰੱਖਣਾ ਹੈ। ਠੀਕ ਹੋ ਗਿਆ। ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰੀ ਜਿਹੜਾ ਬਹੁਤ ਵਾਰ ਰਿਪੀਟ ਹੁੰਦਾ ਗਾ। ਉਹ ਕੁਐਸਚਨ ਕੀ ਹੈ? ਕਹਿੰਦਾ ਹੂ ਅਮੰਗ ਦਾ ਫੋਲੋਇੰਗ ਰਿਸੀਵਡ ਬੋਥ ਭਾਰਤ ਰਤਨ ਐਂਡ ਨਿਸ਼ਾਨੇ ਪਾਕਿਸਤਾਨ ਰਾਈਟ। ਜਵਾਹਰ ਲਾਲ ਨਹਿਰੂ, ਮੁਰਾਰਜੀ ਦੇਸਾਈ, ਮੌਲਾਨਾ ਅਬਦੁਲ ਕਲਾਮ ਆਜ਼ਾਦ ਜਾਂ ਫਿਰ ਅਯੂਬ ਖਾਨ। ਸੋ ਜੇਕਰ ਤੁਸੀਂ ਪੜ੍ਹਿਆ ਹੋਵੇ ਕਿ ਜੇਕਰ ਤੁਸੀਂ ਪੋਲਿਟੀ ਨੂੰ ਵਧੀਆ ਤਰੀਕੇ ਦੇ ਨਾਲ ਪੜ੍ਹਿਆ ਹੋਵੇ ਤਾਂ ਆਪਾਂ ਉਦੋਂ ਗੱਲ ਕਰਦੇ ਹੁੰਦੇ ਕਿ 1901 ਤਾਂ 42ਵੀਂ ਅਮੈਂਡਮੈਂਟ ਆਪਾਂ ਪੜ੍ਹਦੇ, 42nd ਅਮੈਂਡਮੈਂਟ 1976 ਵਾਲੀ ਰਾਈਟ। ਇੱਕ 44th ਅਮੈਂਡਮੈਂਟ ਹੁੰਦੀ ਹੈ 1978 ਵਾਲੀ। ਤਾਂ 42 ਨੂੰ ਸਾਰਾ ਕੁਝ ਜਿਹੜਾ ਕੁਝ ਉਹਦੇ ਵਿੱਚ ਪਾਇਆ ਗਿਆ ਸੀ, ਕਿਉਂਕਿ ਇੰਦਰਾ ਗਾਂਧੀ ਦੀ ਸਰਕਾਰ ਸੀ। ਸੋ ਬੇਸਿਕਲੀ ਉਸ ਤੋਂ ਬਾਅਦ ਮੁਰਾਰਜੀ ਦੇਸਾਈ ਆਏ ਤਾਂ ਉਹਨਾਂ ਨੇ ਸਾਰਾ ਕੁਝ ਆ ਜਿਹੜਾ ਉਹ ਚੇਂਜ ਕਰਤਾ ਸੀਗਾ। ਬਟ ਹਾਂ 2 ਸਾਲ ਵਾਸਤੇ ਰਹੇ ਆ ਆਪਣੇ 4th ਪ੍ਰਾਈਮ ਮਿਨਿਸਟਰ ਰਾਈਟ ਹੈ। ਤਾਂ 1978 ਤਾਂ ਉਦੋਂ ਉਸ ਟਾਈਮ ਤੇ ਯਾਨੀ ਕਿ ਤੁਸੀਂ ਦੇਖ ਲਓ 77 ਤੋਂ 79 ਇਹਨਾਂ ਦਾ ਟਾਈਮ ਪੀਰੀਅਡ ਸੀਗਾ ਬੇਸਿਕਲੀ। ਠੀਕ ਹੈ। ਸੋ ਮੁਰਾਰਜੀ ਦੇਸਾਈ ਨੂੰ ਜਿਹੜਾ ਹੈਗਾ ਨਿਸ਼ਾਨੇ ਪਾਕਿਸਤਾਨ ਤੇ ਭਾਰਤ ਰਤਨ ਮਿਲਿਆ ਗਿਆ। ਸੌਖਾ ਗਾ ਰਾਈਟ ਹੈ। ਇਸ ਤੋਂ ਬਾਅਦ ਆ ਗਿਆ ਨੈਕਸਟ ਕੁਐਸਚਨ ਤੁਹਾਡਾ ਕੀ ਹੈ? ਇੰਡੀਆਜ਼ ਫਸਟ ਨੈਸ਼ਨਲ ਨਿਊਜ਼ ਏਜੰਸੀ ਵਾਜ਼। ਤਾਂ ਕਿਹੜੀ ਹੈ? ਦਾ ਇੰਡੀਅਨ ਰਿਵਿਊ, ਦਾ ਫਰੀ ਪ੍ਰੈਸ ਆਫ ਇੰਡੀਆ ਜਾਂ ਫਿਰ ਹਿੰਦੁਸਤਾਨ ਰਿਵਿਊ। ਠੀਕ ਹੈ। ਸਵਾਮੀਨਾਥਨ ਸਦਾਨੰਦ ਰਾਈਟ। ਜੇਕਰ ਤੁਸੀਂ ਇਹ ਨਾਮ ਸੁਣਿਆ ਹੋਵੇ ਸਵਾਮੀਨਾਥਨ ਸਦਾਨੰਦ, ਜਿਨ੍ਹਾਂ ਦੁਆਰਾ ਇਹ ਯਾਨੀ ਚਲਾਈ ਗਈ ਸੀ 1923 ਅਸਲ ਦੇ ਵਿੱਚ 1920 ਤੋਂ 25 ਦੇ ਵਿੱਚ ਇਹ ਪਬਲਿਸ਼ ਹੋਈ ਸੀ ਰਾਈਟ। ਦਾ ਫਰੀ ਪ੍ਰੈਸ ਆਫ ਇੰਡੀਆ, ਦਾ ਫਰੀ ਪ੍ਰੈਸ ਆਫ ਇੰਡੀਆ ਯਾਨੀ ਇਹਦਾ B ਆਨਸਰ ਆ ਜਾਊਗਾ। ਯਾਦ ਰੱਖਣਾ ਇੰਡੀਆ ਦੀ ਫਸਟ ਨੈਸ਼ਨਲ ਨਿਊਜ਼ ਏਜੰਸੀ ਦਾ ਫਰੀ ਪ੍ਰੈਸ ਆਫ ਇੰਡੀਆ ਰਾਈਟ ਹੈ ਜੀ। ਤਾਂ ਨੈਕਸਟ ਕੁਐਸਚਨ ਵੱਲ ਆਪਾਂ ਮੂਵ ਕਰਦੇ ਹਾਂ। 5ਵਾਂ ਵਿਚ ਆਫ ਦਾ ਫੋਲੋਇੰਗ। ਦੇਖੋ ਸਿੱਧੀ ਜੀ ਗੱਲ ਹੈ, ਇਹ ਰਿਵੀਜ਼ਨ ਪਰਪਸ ਤੋਂ ਹੈ। ਇੱਕ ਨੂਰਾ ਪਪੀ ਜੀ ਕਰਕੇ ਆ ਜਿਹੜੇ ਕਹਿੰਦੇ ਵੀ ਸਰ ਐਵੇਂ ਕਰਾਉਣ ਦਾ ਕੀ ਫਾਇਦਾ ਜਦੋਂ ਤੁਸੀਂ ਐਕਸਪਲੇਨ ਹੀ ਨਹੀਂ ਕਰਨਾ। ਤਾਂ ਨੂਰਾ ਪਪੀ ਜੀ
ਤੁਸੀਂ ਐਕਸਪਲੇਨੇਸ਼ਨ ਵਾਲੀ ਵੀਡੀਓਜ਼ ਦੇਖੀ ਹੀ ਨਹੀਂ, ਠੀਕ ਹੈ। ਹਾਲਾਂਕਿ ਮੈਂ ਉੱਥੇ ਵੀ ਰਿਪਲਾਈ ਕਰਤਾ ਸੀ। ਹੋਪ ਸੋ ਇਹ ਵੀਡੀਓ ਦੇਖਣ ਤਾਂ ਉਹਨਾਂ ਨੂੰ ਪਤਾ ਲੱਗ ਜੇ ਕਿ ਪਲੇਲਿਸਟ ਦੇ ਵਿੱਚ ਜਾ ਕੇ ਤੁਸੀਂ ਕੰਪਲੀਟ ਥੈਰੇਟੀਕਲ ਪੋਰਸ਼ਨ ਵੀ ਦੇਖ ਸਕਦੇ ਹੋ, ਜਿਹਦੇ ਵਿੱਚ ਚੰਗੀ ਤਰ੍ਹਾਂ ਸਾਰੀ ਚੀਜ਼ਾਂ ਸਮਝਾਈਆਂ ਹੋਈਆਂ ਨੇ, ਰਾਈਟ ਹੈ। ਤੇ ਕਿਉਂਕਿ ਕੁਝ ਜਿਹੜੀਆਂ ਵੀਡੀਓਜ਼ ਉਹ ਰਿਵੀਜ਼ਨ ਵਾਸਤੇ ਹੁੰਦੀਆਂ, ਕਿਉਂਕਿ ਆਲਰੇਡੀ ਟੈਸਟ ਦੇ ਚੁੱਕੇ ਨੇ, ਤਾਂ ਉਹਨਾਂ ਵਾਸਤੇ ਵੀ ਹੈ, ਚਲੋ ਜਿਨ੍ਹਾਂ ਨੇ ਰਿਵੀਜ਼ਨ ਕਰਨੀ ਹੈ, ਰਾਈਟ ਹੈ। ਚਲੋ ਖੈਰ, ਤਾਂ ਵਿਚ ਆਫ ਦ ਫੋਲੋਇੰਗ ਵਾਜ਼ ਦਾ ਓਨਲੀ ਆਰਗੇਨਾਈਜੇਸ਼ਨ ਆਫ ਇੰਡੀਅਨ ਲੇਬਰਸ ਇਨ 1938। ਤਾਂ ਇਹਨਾਂ ਦੇ ਵਿੱਚੋਂ ਕਿਹੜੀ ਹੈ ਆਰਗੇਨਾਈਜੇਸ਼ਨ ਆਫ ਇੰਡੀਅਨ ਲੇਬਰਸ। ਹਾਲਾਂਕਿ 1918 ਤੇ 20 ਦੇ ਕਰੀਬ ਇਹ ਬੇਸਿਕਲੀ ਬਣੀ ਸੀਗੀ। ਤਾਂ ਉਹਦਾ ਨਾਮ ਕੀ ਹੈ, ਇੰਡੀਅਨ ਨੈਸ਼ਨਲ ਟ੍ਰੇਡ ਯੂਨੀਅਨ ਕਾਂਗਰਸ, ਆਲ ਇੰਡੀਆ ਰੈੱਡ ਟ੍ਰੇਡ ਯੂਨੀਅਨ ਕਾਂਗਰਸ ਜਾਂ ਫਿਰ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ। ਤਾਂ ਬੇਸਿਕਲੀ ਇਹ 1918 ਦੇ ਵਿੱਚ ਐਂ ਕਹਿ ਲਓ ਵੀ ਇਹਦੀ ਇੱਕ ਤੁਹਾਨੂੰ ਜਿਵੇਂ ਕਹਿੰਦੇ ਹੁੰਦੇ ਆ ਵੀ ਇੱਕ ਚਮਕ ਮਿਲਦੀ ਹੈ ਕਿ ਹਾਂ ਐਵੇਂ। ਔਰ ਕਿਉਂਕਿ ਤੁਹਾਨੂੰ ਪਤਾ ਹੋਊਗਾ ਕਿ ਜੇਕਰ ਗਾਂਧੀ ਜੀ ਉਦੋਂ ਆਏ ਤਾਂ 1917, 18, 19 ਦਾ ਜਿਹੜਾ ਟਾਈਮ ਪੀਰੀਅਡ ਉਹ ਜ਼ਿਆਦਾ ਜਿਹੜੀਆਂ ਹੈਗਾ ਲੇਬਰ ਵੱਲੋਂ ਯਾਨੀ ਕਿ ਪ੍ਰੋਟੈਸਟ ਦਾ ਜਿਹੜਾ ਤੁਹਾਨੂੰ ਜ਼ਿਆਦਾ ਉੱਥੇ ਦੇਖਣ ਨੂੰ ਮਿਲਦਾ ਹੋਊਗਾ, ਜਿੰਨੇ ਵੀ ਆਪਾਂ ਸੱਤਿਆਗ੍ਰਹਿ ਪੜ੍ਹੇ ਆ। ਸੋ ਆਲ ਇੰਡੀਆ ਟ੍ਰੇਡ ਯੂਨੀਅਨ ਕਾਂਗਰਸ ਇੱਕ ਬੇਸਿਕਲੀ ਬਣਦੀ ਹੈ, ਰਾਈਟ ਹੈ, ਜਿਹਦੇ ਪਹਿਲੇ ਪ੍ਰੈਜ਼ੀਡੈਂਟ ਜਿਹੜੇ ਹੁੰਦੇ ਉਹ ਕੌਣ ਹੁੰਦੇ ਹੈਗੇ, ਲਾਲਾ ਲਾਜਪਤ ਰਾਏ। ਲਾਲਾ ਲਾਜਪਤ ਰਾਏ 1920, ਰਾਈਟ ਹੈ। ਸੋ ਇਹ ਤੁਸੀਂ ਯਾਦ ਰੱਖਣਾ ਗਾ, ਸੋ ਇਹ ਇੰਪੋਰਟੈਂਟ ਹੈ, ਠੀਕ ਹੋ ਗਿਆ। ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਵੱਲ ਮੂਵ ਕਰੀਏ। ਤਾਂ ਕਹਿੰਦਾ ਆਪਰੇਸ਼ਨ ਰੂਬੀਕੌਨ ਵਾਜ਼ ਦਾ ਕੋਡ ਵਰਡ। ਆਪਰੇਸ਼ਨ ਰੂਬੀਕੌਨ ਵਾਜ਼ ਦਾ ਕੋਡ ਵਰਡ ਪ੍ਰਪੋਜ਼ਡ ਟੂ ਅਡਾਪਟਡ ਬਾਈ ਬ੍ਰਿਟਿਸ਼ ਗਵਰਨਮੈਂਟ ਇਨ ਇੰਡੀਆ ਵਿਦ ਰੈਫਰੈਂਸ ਟੂ ਵਿਚ ਆਫ ਦਾ ਫੋਲੋਇੰਗ। ਜੇਕਰ ਆਪਰੇਸ਼ਨ ਰੂਬੀਕੌਨ ਬਾਰੇ ਅੱਜ ਤੱਕ ਨਹੀਂ ਪੜ੍ਹਿਆ ਤਾਂ ਅੱਜ ਜਾਣ ਲਓ ਕਿ ਜਦੋਂ ਆਪਾਂ ਫਸਟ ਰਾਊਂਡ ਟੇਬਲ ਕਾਨਫਰੰਸ ਪੜ੍ਹਦੇ, ਤੁਹਾਡੇ ਯਾਦ ਹੋਊਗਾ ਕਿ ਜਦੋਂ ਇਹ ਰਾਊਂਡ ਟੇਬਲ ਕਾਨਫਰੰਸ ਸੀਗੀ ਜਸਟ ਉਸ ਟਾਈਮ ਤੇ ਜੇ ਆਪਾਂ ਗੱਲ ਕਰਦੇ ਸਿਵਲ ਡਿਸਓਬੀਡੀਐਂਸ ਮੂਵਮੈਂਟ, ਜਿਹੜਾ ਆਪਾਂ ਡਾਂਡੀ ਮਾਰਚ ਦੀ ਗੱਲ ਕਰਦੇ ਯਾਨੀ ਗਾਂਧੀ ਜੀ ਦੁਆਰਾ ਸੱਤਿਆਗ੍ਰਹਿ ਚਲਾਇਆ ਹੁੰਦਾ, ਰਾਈਟ। ਤਾਂ ਫਸਟ ਜਿਹੜੀ ਰਾਊਂਡ ਟੇਬਲ ਕਾਨਫਰੰਸ ਹੁੰਦੀ ਆ ਉਹਦੇ ਵਿੱਚ ਕਾਂਗਰਸ ਦੀ ਜਿਹੜੀ ਪਾਰਟਿਸਿਪੇਸ਼ਨ ਹੈ ਉਹ ਨਹੀਂ ਹੁੰਦੀ। ਹੁਣ ਕਾਂਗਰਸ ਸਭ ਤੋਂ ਵੱਡੀ ਇੱਕ ਆਰਗੇਨਾਈਜੇਸ਼ਨ ਸੀਗੀ, ਓਬਵੀਅਸ ਗੱਲ ਹੈ, ਸਭ ਤੋਂ ਵੱਡਾ ਇੱਕ ਤੁਸੀਂ ਕਹਿ ਸਕਦੇ ਹੋ ਧੜਾ ਸੀਗਾ। ਜੇਕਰ ਉਹ ਉਸੇ ਨੇ ਪਾਰਟਿਸਿਪੇਟ ਨਹੀਂ ਕੀਤਾ ਤਾਂ ਫਸਟ ਰਾਊਂਡ ਟੇਬਲ ਕਾਨਫਰੰਸ ਯਾਨੀ ਫੇਲ ਹੋ ਗਈ, ਰਾਈਟ ਹੈ, ਇੱਕ ਤਰੀਕੇ ਦੇ ਨਾਲ। ਤਾਂ ਸੈਕੰਡ ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਕਾਂਗਰਸ ਹਿੱਸਾ ਲਵੇ ਐਂਡ ਕਾਂਗਰਸ ਵੱਲੋਂ ਓਬਵੀਅਸ ਗੱਲ ਹੈ ਸਭ ਤੋਂ ਵੱਡਾ ਚਿਹਰਾ ਕਿਹੜਾ ਨਿਕਲ ਕੇ ਆਉਂਦਾ ਸੀਗਾ। ਹਾਲਾਂਕਿ ਉਹਨਾਂ ਨੇ ਕੋਈ ਪਾਰਟੀ ਨੂੰ ਜੁਆਇਨ ਨਹੀਂ ਕੀਤਾ ਸੀਗਾ, ਬਟ ਕਾਂਗਰਸ ਵੱਲੋਂ ਸਭ ਤੋਂ ਵੱਡਾ ਚਿਹਰਾ ਨਿਕਲ ਕੇ ਫਿਰ ਵੀ ਆਉਂਦਾ ਸੀ ਮਹਾਤਮਾ ਗਾਂਧੀ ਦਾ। ਤਾਂ ਮਹਾਤਮਾ ਗਾਂਧੀ ਜੀ ਦਾ ਜੁਆਇਨ ਕਰਨਾ ਬਹੁਤ ਜ਼ਿਆਦਾ ਜ਼ਰੂਰੀ ਸੀ। ਸੋ ਤੁਸੀਂ ਪੜ੍ਹਿਆ ਹੋਊਗਾ ਗਾਂਧੀ ਇਰਵਨ ਪੈਕਟ ਵੀ ਹੋਇਆ। ਤਾਂ ਮਹਾਤਮਾ ਗਾਂਧੀ ਜੀ ਨੂੰ ਮਨਾਉਣ ਵਾਸਤੇ ਜਿਹੜਾ ਆਪਰੇਸ਼ਨ ਸੀਗਾ ਉਹ ਸੀਗਾ ਆਪਰੇਸ਼ਨ ਰੂਬੀਕੌਨ, ਰਾਈਟ ਹੈ। ਸੋ ਬਹੁਤ ਇੰਪੋਰਟੈਂਟ ਹੈ, ਯਾਦ ਰੱਖਣਾਗਾ ਆਪਰੇਸ਼ਨ ਰੂਬੀਕੌਨ। ਸੋ ਗਾਂਧੀ ਜੀ ਫਾਸਟ ਟੂ ਡੈਥ ਇਨ ਜੇਲ, ਐਕਟੀਵਿਟੀਜ਼ ਆਫ ਜੈ ਪ੍ਰਕਾਸ਼ ਨਰਾਇਣ ਗਾਂਧੀ ਜੀ ਪਾਰਟਿਸਿਪੇਸ਼ਨ ਇਨ ਰਾਊਂਡ ਟੇਬਲ ਕਾਨਫਰੰਸ। ਸੋ ਉਸ ਆਪਰੇਸ਼ਨ ਨੂੰ ਬੇਸਿਕਲੀ ਯਾਨੀ ਮਨਾਇਆ ਗਿਆ, ਠੀਕ ਹੈ। ਸੋ ਇਹ ਜ਼ਰੂਰ ਯਾਦ ਰੱਖਣਾਗਾ, ਯਾਨੀ ਇਹਦਾ ਸੀ ਆਨਸਰ ਆ ਜਾਊਗਾ। ਨੈਕਸਟ ਕੁਐਸਚਨ ਵੱਲ ਮੂਵ ਕਰੀਏ। ਤਾਂ ਨੈਕਸਟ ਹੈਗਾ ਵਿਚ ਆਫ ਦਾ ਫੋਲੋਇੰਗ ਇਜ਼ ਨਾਟ ਮੈਚਡ ਕਰੈਕਟਲੀ। ਬਹੁਤ ਸੌਖਾ ਗਾ। ਅਗਸਤ ਆਫਰ 1940 ਹੈ, 1942 ਕੁਇਟ ਇੰਡੀਆ ਮੂਵਮੈਂਟ, ਇੰਡੀਵਿਜੂਅਲ ਸੱਤਿਆਗ੍ਰਹਿ 1940-41 ਅਤੇ ਕ੍ਰਿਪਸ ਮਿਸ਼ਨ 1943 ਹੈ। ਜੇਕਰ ਮਾੜੀ ਜਿਹੀ ਵੀ ਤੁਸੀਂ ਹਿਸਟਰੀ ਧਿਆਨ ਦੇ ਨਾਲ ਪੜ੍ਹੀ ਹੋਵੇ ਜਾਂ ਇਹ ਕਹਿ ਲਓ ਬਹੁਤ ਸੌਖਾ ਕੁਐਸਚਨ ਹੈ, ਓਬਵੀਅਸ ਗੱਲ ਹੈ ਯਾਰ। ਕ੍ਰਿਪਸ ਪ੍ਰਪੋਜ਼ਲ ਹੈ ਜਿਹੜਾ 1942 ਹੈ, ਕੁਇਟ ਇੰਡੀਆ ਮੂਵਮੈਂਟ 1942, ਅਗਸਤ ਆਫਰ 1940, ਇੰਡੀਵਿਜੂਅਲ ਸੱਤਿਆਗ੍ਰਹਿ 1940-41 ਤੁਹਾਨੂੰ ਸਾਰਿਆਂ ਨੂੰ ਪਤਾ ਹੋਗਾ, ਯਾਨੀ ਡੀ ਆਪਸ਼ਨ ਇਹਦਾ ਰਾਈਟ ਬਣ ਗਿਆ, ਜਿਹੜਾ ਇਹਦੇ ਵਿੱਚੋਂ ਕਰੈਕਟ ਨਹੀਂ ਹੈਗਾ। ਇਸ ਤੋਂ ਬਾਅਦ ਆ ਗਿਆ ਇਨ ਦਾ ਥਰਡ ਵਾਰ ਆਫ ਪਾਨੀਪਤ ਦਾ ਮਰਾਠਾ ਆਰਮੀ ਵਾਜ਼ ਕੰਡਕਟਡ ਬਾਈ। ਸੌਖਾ ਗਾ। ਥਰਡ ਵਾਰ ਆਫ ਪਾਨੀਪਤ 1761। ਤੁਸੀਂ ਜਿੰਨੀਆਂ ਵੀ ਬੈਟਲਸ ਆ ਸਾਰੀਆਂ ਤੁਸੀਂ ਇਹ ਯਾਦ ਰੱਖਣੀਆਂ ਹੀ ਆ, ਚਾਹੇ ਫਸਟ ਬੈਟਲ ਆਫ ਪਾਨੀਪਤ ਹੈ, ਸੈਕੰਡ ਬੈਟਲ ਆਫ ਪਾਨੀਪਤ ਹੈ, ਥਰਡ ਬੈਟਲ ਆਫ ਪਾਨੀਪਤ। ਸੋ ਕੌਣ ਸੀਗੇ? ਸਦਾ ਸ਼ਿਵ ਰਾਓ, ਠੀਕ ਹੈ। ਸੋ ਇਹ ਯਾਦ ਰੱਖਣਗੇ, ਵੈਸੇ ਵੀ ਆਪਾਂ ਬਹੁਤ ਵਾਰ ਪੜ੍ਹ ਚੁੱਕੇ ਹਾਂ, ਸਦਾ ਸ਼ਿਵ ਰਾਓ, ਠੀਕ ਹੈ। ਨੈਕਸਟ ਆਪਾਂ ਕੁਐਸਚਨ ਵੱਲ ਮੂਵ ਕਰੀਏ। ਤਾਂ ਹੂ ਟੁੱਕ ਦਾ ਲੀਡਰਸ਼ਿਪ ਆਫ ਦਾ ਮੂਵਮੈਂਟ ਆਫਟਰ ਦਾ ਅਰੈਸਟ ਆਫ ਗਾਂਧੀ ਜੀ ਡਿਊਰਿੰਗ ਦਾ ਸਾਲਟ ਸੱਤਿਆਗ੍ਰਹਿ। ਬਹੁਤ ਵਾਰ ਇਹ ਕੁਐਸਚਨ ਰਿਪੀਟ ਹੁੰਦਾ ਗਾ। ਸੋ ਗਾਂਧੀ ਜੀ ਜਦੋਂ ਆਪਾਂ ਸਾਲਟ ਸੱਤਿਆਗ੍ਰਹਿ ਦੀ ਗੱਲ ਕਰਦੇ ਹਾਂ ਤਾਂ ਗਾਂਧੀ ਜੀ ਨੂੰ ਅਰੈਸਟ ਕਰ ਲਿਆ ਗਿਆ। ਉਸ ਤੋਂ ਬਾਅਦ ਇਸ ਮੂਵਮੈਂਟ ਨੂੰ ਕਿਹਨੇ ਚਲਾਇਆ? ਸੋ ਸਰਦਾਰ ਪਟੇਲ, ਜਵਾਹਰ ਲਾਲ ਨਹਿਰੂ, ਅਬਦੁਲ ਕਲਾਮ ਆਜ਼ਾਦ ਜਾਂ ਫਿਰ ਅब्बास तैयब जी। बहुत ही इंपॉर्टेंट अब्बास तैयब जी, अब्बास तैयब जी। तो इस तो बाद इन्हों भी अरैसट कर लिया गया। फिर सरोजनी नायडू सी, उन्होंने भी अरैसट कर लिया गया सी बाद। चलो फिर ठीक है। सो अब्बास तैयब जी यानी कि इसका आंसर आऊगा। बहुत बार क्वेश्चन रिपीट होता है। इस तो बाद आ गया जी हु गेव द स्लोगन टू द वेदास यानी कि वेदों की ओर लौटो। बाल गंगाधर तिलक, दयानंद सरस्वती ਜਾਂ ਫਿਰ स्वामी विवेकानंद ਤੇ राजा राम मोहन राय। ਤੇ ਜੇਕਰ ਤੁਸੀਂ ਇਹ ਚੰਗੀ ਤਰ੍ਹਾਂ ਪੜ੍ਹਿਆ ਹੋਵੇ ਆਰੀਆ ਸਮਾਜ ਦੀ ਆਪਾਂ ਗੱਲ ਕਰਦੇ ਜਿਹਦੇ ਵਿੱਚ ਦਇਆਨੰਦ ਸਰਸਵਤੀ, ਰਾਈਟ, ਦਇਆਨੰਦ ਸਰਸਵਤੀ ਦੁਆਰਾ ਕਿਹਾ ਗਿਆ ਕਿ
वेदां दे वल मुड़ो, यानी कि ऑब्वियस गल है अपने बेसिक्स वल मुड़ो, बैक टू बेसिक्स, राइट। सो इहदा यानी कि आंसर आ जाऊगा जिहड़ा दयानंद सरस्वती। सो याद रखना कि बहुत ज़्यादा इंपॉर्टेंट है। नैक्सट आप क्वेश्चन वाल मूव करिए तो गदरवाज, गदर की सीगा, रेवोल्यूशनरी एसोसीएशन ऑफ इंडियन विद हैडक्वार्टर्स एट सैन फ्रांसिस्को। एक रेवोल्यूशनर मतलब रेवोल्यूशनरी एक ग्रुप सीगा, एसोसीएशन सीगी इंडियंस की जिहड़ी हैडक्वार्टर उहदा सैन फ्रांसिस्को सी। बाकी ऑप्शन पढ़ लो। बाकी ऑप्शन है भी नैशनलिस्ट ऑर्गेनाइजेशन ऑपरेटिंग फ्रॉम जापान सी, मिलीटेंट ऑर्गेनाइजेशन सी जिहदा हैडक्वार्टर लंडन सी, कम्युनिस्ट मूवमेंट ऑफ फॉर इंडियाज फ्रीडम हैडक्वार्टर जिहदा दिल्ली सी। सो ऑब्वियस गल है जेकर तुसीं पहला ऑप्शन ही पढ़ लिया हो तो अगां वाले ऑप्शन पढ़ने की लोड़ रहनी सी। सो इहदा जिहड़ा आंसर आ जाऊगा जी रेवोल्यूशनरी एसोसीएशन सी इंडियंस की जिहदा हैडक्वार्टर सैन फ्रांसिस्को सी। बाकी तुहानूं नाम सारे याद होने, चाहे सोहन सिंह भकनागा, करतार सिंह सराभा भी इसे दा पार्ट सी, राइट। लाला हरदयाल हो गए, चलो राइट। सो ये इंपॉर्टेंट है भाई। इस तो बाद आप 13 क्वेश्चन के आने 12 क्वेश्चन के आने। हू अमंग द फॉलोइंग लैड द ब्रिटिश आर्मी इन द बैटल ऑफ बक्सर। सो बहुत इंपॉर्टेंट है भाई। बैटल ऑफ बक्सर तुहानूं पता होवे जेकर 1764 दे विच, राइट है। जेकर बैटल ऑफ बक्सर की वैसे तो चलो इत्थे मैं डेट दस दिना। डेट इंपॉर्टेंट क्यों है क्योंकि एक क्वेश्चन आया होया जिहड़ा कि प्रीवियस ईयर दे विच जिथे डेट नूं लैके भुलेखा पाया होया। सो 22 अक्तूबर 1764 है, राइट। इस तो बाद तुहानूं पता कि जिहड़ी ट्रिटी ऑफ इलाहाबाद हुंदी है तो ये नवाब ऑफ अवध हो गया, नवाब ऑफ बंगाल हो गया, मीर कासम शाह उदौला है ना, तो सुजाउदौला, तो जिहड़ा अपना शाह आलम सैकंड हुंदा एक पासे है ना, तो दूसरे पासे ब्रिटिश वालों किहड़ा हुंदा गा हैक्टर मुनरो। सो ये याद रखना कि बहुत इंपॉर्टेंट है, हैक्टर मुनरो, राइट। नैक्सट क्वेश्चन इत्थे आउंदा गा, हू अमंग द फॉलोइंग स्टार्टड मराठी फोरनाइटिंगली न्यूज़पेपर जिहड़ा हैगा जी बशशरत भारत, राइट है। फोरनाइटिंग मतलब 15 दिन बाद, राइट। सो बशशरत भारत बेसिकली जिहड़ा हैगा वो किन्ना द्वारा स्टार्ट किया गया मराठी है जिहड़ा डॉक्टर बी आर अंबेडकर, वीर सावरकर, विनोबा भावे जां फिर लोकमान्य तिलक। सो ये भी इंपॉर्टेंट है भाई। जेकर तुसी बशस्त्र जिहड़ा भारत है जिहड़ी, इस तो पहले एक होर भी हुंदा 1927 मूक नायक भी तुसी पढ़िया होवे जेकर, मूक नायक भी हुंदा, एक जनता भी हुंदा, जनता। सो ये जिहड़े सारे है बेसिकली ये डॉक्टर बी आर अंबेडकर द्वारा जिहड़े यानी कि स्टार्ट किए गए सी। सो याद रखना कि बी आर अंबेडकर आ जाऊगा, ठीक है। सो बशशरत भारत, मूक नायक ते जनता, ये तुसीं जरूर याद रखने ने। इस तो बाद आप नैक्सट क्वेश्चन की गल करिए तो हू फाउंडेड द इंडियन इंडिपेंडेंस लीग। लाला लाजपत राय, अरबिंदो घोष, तो जां फिर इधर भी ऑप्शन पे है रास बिहारी बोस जां फिर सुभाष चंद्र बोस, ठीक है। सो किन्ना ने बेसिकली जिहड़ी हैगी इंडियन इंडिपेंडेंस लीग, ये भी आप चंगी तरह पढ़ रखा। जेकर तुसीं पढ़िया होवे कि टोक्यो दे विच मैं दस्सिया सीगा कि रास बिहारी बोस आ जिहड़े वो जांदे आ ते 1942 दे विच इंडियन जिहड़ी हैगी बेसिकली लीग स्टार्ट होंदी है। तो इहदा आंसर जिहड़ा आ जाऊगा रास बिहारी बोस, टोक्यो 1942। समझ में बात आई। इस तो बाद आप नैक्सट क्वेश्चन वाल चलिए तो हू वाज द गवर्नर जनरल वैन इंडियन नैशनल कांग्रेस वाज फाउंडेड इन 1885। सो 1885 दे विच गवर्नर जनरल किहड़े सीगे जदों इंडियन नैशनल कांग्रेस बनी है। सौखा गा तो लॉर्ड लिनलिथगो, लॉर्ड वेल्सले, लॉर्ड डफरिन जां फिर लॉर्ड सैल्सबरी। सो इहदा जिहड़ा आंसर आ जाऊगा, सॉरी इहदा जिहड़ा आंसर आ जाऊगा वह आ जाऊगा लॉर्ड डफरिन। सौखा गा लॉर्ड डफरिन। तो बाकी इंडियन नैशनल कांग्रेस तुसीं याद रखना बॉम्बे कलकत्ता मद्रास जिहड़े सैशन है 85 86 87। तो जिहड़ा हैगा तुहाडा भला करे ए ओ ह्यूम का नाम जरूर याद रखना गा, जिहड़े फादर है इस नूं बनाउण वास्ते यानी कि जिन्होंने हैल्प की है ए ओ ह्यूम, ठीक है। सो याद रखने। बाकी पहला चेयरमैन कौन सी, दूसरा कौन सी, पहला मुस्लिम कौन सी, इंपॉर्टेंट सैशन से सारे तुसीं याद रखने ने, ठीक है। इस तो बाद आप गल करिए कहंदा विच ऑफ द फॉलोइंग मूवमेंट इज रिलेटेड टू द तीन कठिया सिस्टम। तीन कठिया सिस्टम ते भी क्वेश्चन आप बहुत पढ़े आ जिहड़े स्टेटमेंट वाइज क्वेश्चन आए हैं। सो तीन कठिया सिस्टम है बेसिकली यह किहड़े सत्याग्रह के रिलेटेड है, क्विट इंडिया मूवमेंट के खेड़ा सत्याग्रह, चंपारण सत्याग्रह, नॉन कोऑपरेशन मूवमेंट। जेकर तुसीं केक पढ़िया होवे तो केक दे विच मैं सब तो पहले ही दस्सिया सीगा कि भाई आह केक तुहाडा की आ CA यानी कि
ਚੰਪਾਰਨ ਸੱਤਿਆਗ੍ਰਹਿ, ਆਹ ਤੁਹਾਡਾ ਕੀ ਹੈ ਅਹਿਮਦਾਬਾਦ ਸੱਤਿਆਗ੍ਰਹਿ ਤੇ ਖੇੜਾ ਸੱਤਿਆਗ੍ਰਹਿ। ਇਹ ਤਿੰਨੇ ਹੀ ਯਾਦ ਰੱਖਣੇ। ਕੇਕ ਦੇ ਵਿੱਚ ਵੈਸੇ ਈ ਪੈਂਦੀ ਹੁੰਦੀ ਹੈ, ਇੱਥੇ ਈ ਨਹੀਂ ਹੈਗੀ। ਬਸ ਆਹ ਤੁਸੀਂ CAK ਯਾਦ ਰੱਖਣਾਗਾ ਸੀਕੁਐਂਸ ਦੇ ਵਿੱਚ, ਜਾਂ ਕਈ ਵਾਰੀ ਵੈਸੇ ਹੀ ਪੁੱਛ ਲਿਆ ਜਾਂਦਾਗਾ ਕਰੋਨੋਲੋਜੀਕਲੀ, ਰਾਈਟ। ਸੋ ਇਹ ਯਾਦ ਰੱਖਣਾ। ਇਸ ਤੋਂ ਬਾਅਦ ਨੌਨ ਕੋਆਪਰੇਸ਼ਨ ਮੂਵਮੈਂਟ ਹੈ 1919 ਹੈ, ਫਿਰ ਖਿਲਾਫਤ ਮੂਵਮੈਂਟ ਹੈ 1920 ਹੈ, ਰਾਈਟ। ਸੋ ਇਹ ਤੁਸੀਂ ਯਾਦ ਰੱਖ ਸਕਦੇ ਹੋ। ਵੈਸੇ ਚੰਪਾਰਨ ਸੱਤਿਆਗ੍ਰਹਿ ਦੇ ਵਿੱਚ 3 ਕਥੀਆ ਸਿਸਟਮ ਦੀ ਗੱਲ ਹੋਈ ਹੈ, ਰਾਈਟ। ਸੋ ਇਹ ਇੰਪੋਰਟੈਂਟ ਹੈ ਭਾਈ, ਜਿੱਥੇ ਪ੍ਰੋਟੈਸਟ ਹੋਇਆ ਸੀਗਾ, ਗਾਂਧੀ ਜੀ ਨੇ ਪਾਰਟਿਸਿਪੇਸ਼ਨ ਕੀਤੀ ਸੀ। ਚਲੋ ਖੈਰ ਲੀਡਰਸ਼ਿਪ ਕੀਤੀ ਸੀ ਬੇਸਿਕਲੀ। ਚਲੋ ਇਸ ਤੋਂ ਬਾਅਦ ਆ ਗਿਆ ਦ ਸੈਲੂਲਰ ਜੇਲ built by Britishers in the Andaman Nicobar Islands is known which of the following? ਸੌਖਾ ਹੀ ਆ, ਰਾਈਟ। ਸੋ ਮੌਤ ਕਾ ਕੁआं ਕਿਹਾ ਜਾਂਦਾ, ਕਾਲੇ ਪਾਣੀ ਕਿਹਾ ਜਾਂਦਾ, ਜਾਂ ਫਿਰ ਅੰਤਮ ਯਾਤਰਾ, ਜਾਂ ਫਿਰ ਬੰਦ ਦਰਵਾਜ਼ਾ, ਸੋ ਕਾਲਾ ਪਾਣੀ। ਇਹ ਤਾਂ ਮਸ਼ਹੂਰ ਹੈ ਹੀ ਆਪਣੇ ਇਤਿਹਾਸ ਦੇ ਵਿੱਚ, ਰਾਈਟ। ਸੋ ਇਹ ਚੀਜ਼ਾਂ ਇੰਪੋਰਟੈਂਟ ਬਣਦੀਆਂ ਭਾਈ। ਨੈਕਸਟ ਆਪਾਂ ਕੁਐਸਚਨ ਵੱਲ ਮੂਵ ਕਰੀਏ ਤਾਂ ਨੈਕਸਟ ਕੁਐਸਚਨ ਜਿਹੜਾ ਆ ਗਿਆ, ਕਹਿੰਦਾ ਇੰਡੀਅਨ ਨੈਸ਼ਨਲ ਕਾਂਗਰਸ ਆ ਜਿਹੜਾ ਵੰਦੇ ਮਾਤਰਮ ਹੈ ਵਾਜ਼ ਕੰਪੋਜ਼ਡ ਇਨ ਵਿਚ ਲੈਂਗੁਏਜ? ਪਾਲੀ ਆ, ਉਰਦੂ ਆ, ਬੰਗਾਲੀ ਆ, ਜਾਂ ਫਿਰ ਸੰਸਕ੍ਰਿਤ ਆ। ਸੋ ਬੰਕਿਮ ਚੰਦਰ ਚੈਟਰਜੀ ਦਾ ਇੱਕ ਬੰਗਾਲੀ ਨਾਵਲ ਸੀ ਆਨੰਦ ਮਠ, ਉਹ ਯਾਦ ਰੱਖਣਾ, ਬੰਗਾਲੀ ਨਾਵਲ। ਤਾਂ ਉਦੋਂ ਬਾਅਦ ਇਹ ਬੇਸਿਕਲੀ ਜਿਹੜਾ ਹੋਇਆ ਉਹਦੇ ਵਿੱਚ ਬੰਗਾਲੀ ਲੈਂਗੁਏਜ ਦੇ ਵਿੱਚ ਹੋਇਆ, ਬਟ ਕੰਪੋਜ਼ ਕੀਤਾ ਗਿਆ ਇਨ ਸੰਸਕ੍ਰਿਤ ਲੈਂਗੁਏਜ। ਸੋ ਇਹ ਵੀ ਕੁਐਸਚਨ ਇੰਪੋਰਟੈਂਟ ਬਣਦੇ ਨੇ। ਬੰਕਿਮ ਚੰਦਰ ਚੈਟਰਜੀ ਜ਼ਰੂਰ ਯਾਦ ਰੱਖਣਾ, ਮੈਂ ਲਿਖਿਆ ਨਹੀਂ ਬਟ ਹਾਂ ਫਿਰ ਵੀ ਧਿਆਨ ਦੇਣਾ। ਇਸ ਤੋਂ ਬਾਅਦ ਆ ਗਿਆ ਕੁਐਸਚਨ ਤੁਹਾਡਾ, ਕਹਿੰਦਾ ਹੂ ਵਾਜ਼ ਦਾ ਵਾਇਸਰਾਏ ਐਟ ਦਾ ਟਾਈਮ ਆਫ ਜਲਿਆਂਵਾਲਾ ਬਾਗ ਮੈਸਕਰ, ਰਾਈਟ। ਸੋ ਜਲਿਆਂਵਾਲਾ ਬਾਗ ਮੈਸਕਰ ਤੁਹਾਨੂੰ ਪਤਾ 1919 ਦੇ ਵਿੱਚ ਆ। ਸੋ ਲਾਰਡ ਕਰਜ਼ਨ ਆ, ਲਾਰਡ ਰਿਪਨ ਆ, ਲਾਰਡ ਚੈਮਸਫੋਰਡ ਆ, ਜਾਂ ਫਿਰ ਲਾਰਡ ਕੈਨਿੰਗ ਆ। ਸੋ ਯਾਦ ਰੱਖਣਾਗਾ ਲਾਰਡ ਚੈਮਸਫੋਰਡ, ਠੀਕ ਹੈ। ਸੋ ਬਹੁਤ ਹੀ ਇਹ ਇੰਪੋਰਟੈਂਟ ਹੈ। ਇਸ ਤੋਂ ਬਾਅਦ ਇਨਕੁਆਇਰੀ ਵਾਸਤੇ ਕਮਿਸ਼ਨ ਬਿਠਾਇਆ ਜਾਂਦਾ, ਹੰਟਰ ਕਮਿਸ਼ਨ, ਉਹ ਵੀ ਤੁਸੀਂ ਯਾਦ ਰੱਖਣਾਗਾ, ਉਹ ਵੀ ਇੰਪੋਰਟੈਂਟ ਹੈ। ਇਸ ਤੋਂ ਬਾਅਦ ਆ ਗਿਆ ਜੀ ਆਲ ਇੰਡੀਆ ਕਿਸਾਨ ਸਭਾ ਜਿਹੜੀ ਹੈਗੀ ਆ ਫਾਊਂਡਡ ਇਨ ਵਿਚ ਈਅਰ? ਤਾਂ 1936 ਆ, 1946 ਆ, 56 ਤੇ ਜਾਂ ਫਿਰ 1966 ਆ। ਸੋ ਇਹ ਵੀ ਸੌਖਾ ਹੈ। ਜੇਕਰ ਤੁਸੀਂ ਲਖਨਊ ਸੈਸ਼ਨ 1936 ਦੀ ਗੱਲ ਕਰੋ ਤਾਂ ਉਹਦੇ ਪ੍ਰੈਜ਼ੀਡੈਂਟ ਵੀ ਪੁੱਛਿਆ ਜਾਂਦਾ ਹੁੰਦਾ, ਜਿਹਦੇ ਵਿੱਚ ਆਲ ਇੰਡੀਆ ਜਿਹੜੀ ਕਿਸਾਨ ਸਭਾ ਬੇਸਿਕਲੀ ਫਾਊਂਡ ਕੀਤੀ ਗਈ ਹੈ। ਤਾਂ 1936 ਦਾ ਆਨਸਰ ਆ ਜਾਊਗਾ ਆਲ ਇੰਡੀਆ ਕਿਸਾਨ ਸਭਾ ਦਾ, ਰਾਈਟ। ਅਤੇ ਇੱਕ ਚੀਜ਼ ਹੋਰ ਇਹਦੇ ਧਿਆਨ ਦੇਣਾਗਾ ਕਿ ਹਾਂ ਜਿਹੜੇ ਪਹਿਲੇ ਪ੍ਰੈਜ਼ੀਡੈਂਟ ਆ ਬੇਸਿਕਲੀ ਪਹਿਲੇ ਜਿਹੜੇ ਪ੍ਰੈਜ਼ੀਡੈਂਟ ਸੀਗੇ ਉਹ ਕਿਹੜੇ ਸੀਗੇ? ਸਹਿਜਾਨੰਦ ਸਰਸਵਤੀ। ਸਹਿਜਾਨੰਦ ਸਰਸਵਤੀ ਇਹਦੇ ਪ੍ਰੈਜ਼ੀਡੈਂਟ ਸੀ ਬੇਸਿਕਲੀ। ਸੋ 1936 ਦੇ ਵਿੱਚ ਆਲ ਇੰਡੀਆ ਕਿਸਾਨ ਸਭਾ ਜਿਹੜੀ ਹੈਗੀ ਆ ਉਹ ਐਸਟੈਬਲਿਸ਼ ਜਾਂ ਫਾਊਂਡ ਹੁੰਦੀ ਆ। ਸੋ ਇਹ ਤੁਸੀਂ ਯਾਦ ਰੱਖਣਾ ਹੈ, ਠੀਕ ਹੈ। ਕਿਹੜਾ ਸੈਸ਼ਨ ਸੀਗਾ? ਲਖਨਊ ਸੈਸ਼ਨ ਸੀ, ਇਹ ਵੀ ਯਾਦ ਰੱਖ ਲਿਓ, ਠੀਕ ਹੈ। ਲਖਨਊ ਸੈਸ਼ਨ, ਓਕੇ ਹੋ ਗਿਆ। ਸੋ ਇਹ ਕੁਐਸਚਨ ਬਹੁਤ ਇੰਪੋਰਟੈਂਟ ਹੈ। ਮੈਂ ਫਿਰ ਕਹਿ ਰਿਹਾ ਹਾਂ ਕਿ ਪਹਿਲਾਂ ਤਾਂ ਚਲੋ ਮੈਂ ਵਿੱਚ ਦੀ ਵੈਸੇ ਘੱਟ ਬੋਲਦਾ ਹੁੰਦਾ, ਬਟ ਫਿਰ ਵੀ ਬੋਲਣਾ ਅੱਜ ਕੱਲ੍ਹ ਪੈਂਦਾਗਾ, ਚਾਹੀਦਾ। ਅਤੇ ਬਾਕੀ ਐਪਲੀਕੇਸ਼ਨ ਇੰਸਟਾਲ ਕਰ ਲਓ, ਉੱਥੇ ਤੁਹਾਨੂੰ ਬਹੁਤ ਕੁਝ ਮਿਲੂਗਾ। ਚਲੋ ਫਿਲਹਾਲ ਜਿਹੜਾ ਹੈਗਾ ਆਪਾਂ ਨਾਇਬ ਤਹਿਸੀਲਦਾਰ ਨੂੰ ਟਾਰਗੇਟ ਕਰ ਰਹੇ ਹਾਂ। ਇਸ ਤੋਂ ਬਾਅਦ ਕੋਆਪਰੇਟਿਵ ਇੰਸਪੈਕਟਰ ਵੀ ਆ, ਉਹਦੇ ਵਾਸਤੇ ਵੀ ਬਹੁਤ ਕੁਝ ਹੈ। ਬਾਕੀ ਅਲੱਗ-ਅਲੱਗ ਕੋਰਸਿਸ ਆ, ਤੁਸੀਂ ਉਹਨਾਂ ਨੂੰ ਜੁਆਇਨ ਕਰ ਸਕਦੇ ਹੋ। ਬਹੁਤ ਡਿਟੇਲ ਦੇ ਵਿੱਚ ਪੜ੍ਹਾਇਆ ਹੋਇਆ, ਠੀਕ ਹੈ। ਇੰਨੀ ਗਰੰਟੀ ਆ ਕਿ ਇੰਨੀ ਡਿਟੇਲ ਦੇ ਵਿੱਚ ਤੁਸੀਂ ਪੜ੍ਹਿਆ ਨਹੀਂ ਹੋਣਾ, ਇਹ ਪੱਕੀ ਗੱਲ ਹੈ। ਬਹੁਤ ਵਧੀਆ ਤਰੀਕੇ ਦੇ ਨਾਲ। ਹੂ ਸਟਾਰਟਡ ਸ਼ੁੱਧੀ ਮੂਵਮੈਂਟ? ਦਇਆਨੰਦ ਸਰਸਵਤੀ, ਸ੍ਰੀ ਅਰਬਿੰਦੋ, ਸਵਾਮੀ ਵਿਵੇਕਾਨੰਦ, ਜਾਂ ਫਿਰ ਯਸ਼ੋਦਾ ਬਾਈ। ਸੋ ਸ਼ੁੱਧੀ ਮੂਵਮੈਂਟ ਬਾਰੇ ਵੀ ਆਪਾਂ ਚੰਗੀ ਤਰ੍ਹਾਂ ਪੜ੍ਹ ਰੱਖਿਆ, ਜਿਹਦੇ ਵਿੱਚ ਆਪਾਂ ਗੱਲ ਕੀਤੀ ਕਿ ਜਿਹੜੇ ਹਿੰਦੂ ਜਿਹੜੇ ਪਹਿਲਾਂ ਜਿਹੜੇ ਸੀਗੇ, ਜਿਹੜੇ ਮੁਸਲਿਮ ਦੇ ਵਿੱਚ ਕਨਵਰਟ ਹੋ ਕੇ ਉਹਨਾਂ ਨੂੰ ਆਪਣੇ ਧਰਮ ਦੇ ਵਿੱਚ ਦੁਬਾਰਾ ਲੈ ਕੇ ਉਹਨਾਂ ਤੇ ਇਸ ਵਾਸਤੇ ਸ਼ੁੱਧੀ ਮੂਵਮੈਂਟ ਚਲਾਈ ਗਈ ਸੀ ਦਇਆਨੰਦ ਸਰਸਵਤੀ, ਰਾਈਟ। ਸੋ ਇਹ ਵੀ ਇੰਪੋਰਟੈਂਟ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰੀਏ ਭਾਈ ਅਗਲਾ ਕੁਐਸਚਨ, ਤਾਂ ਅਗਲਾ ਕੁਐਸਚਨ ਹੈਗਾ ਹੂ ਅਟੈਂਡਡ ਦਾ 3 ਰਾਊਂਡ ਟੇਬਲ ਕਾਨਫਰੰਸਿਸ, ਯਾਨੀ ਕਿ ਜਿਹਨੇ 3 ਰਾਊਂਡ ਟੇਬਲ ਕਾਨਫਰੰਸਿਸ ਜਿਹੜੀਆਂ ਮਤਲਬ ਲਾਈਆਂ। ਇਹ ਤਾਂ ਬਹੁਤ ਵਾਰ ਰਿਪੀਟ ਹੁੰਦਾ ਕੁਐਸਚਨ, ਰਾਈਟ ਹੈ। ਸੋ ਯਾਦ ਰੱਖਣਾ ਮਹਾਤਮਾ ਗਾਂਧੀ ਹੈ, ਮਦਨ ਮੋਹਨ ਮਾਲਵੀਆ, BR ਅੰਬੇਦਕਰ ਹੈ, ਜਾਂ ਫਿਰ ਐਨੀ ਬੇਸੰਤ ਹੈ। ਸੋ ਇਹਦਾ ਕੀ ਆਨਸਰ ਆ ਜਾਊਗਾ ਭਾਈ? BR ਅੰਬੇਦਕਰ। ਬਹੁਤ ਵਾਰ ਕੁਐਸਚਨ ਇਹ ਰਿਪੀਟ ਹੋਇਆ ਵੀ ਆ ਪੇਪਰਾਂ ਦੇ ਵਿੱਚ, ਸੌਖਾ ਗਾ। ਪਰ ਇੱਕ ਚੀਜ਼ ਹੋਰ ਤੁਹਾਨੂੰ ਮੈਂ ਅੱਜ ਦੱਸ ਕੇ ਜਾਊਂਗਾ, ਹੋ ਸਕਦਾ ਤੁਸੀਂ ਨਾ ਪੜ੍ਹੀ ਹੋਵੇ। ਸੋ BR ਅੰਬੇਦਕਰ ਦੇ ਸਾਹਿਬ ਦੇ ਨਾਲ ਇੱਕ ਹੋਰ ਵੀ ਸੀਗਾ ਜਿਹੜਾ 3 ਰਾਊਂਡ ਟੇਬਲ ਕਾਨਫਰੰਸ ਦੇ ਵਿੱਚ ਪ੍ਰੈਜ਼ੈਂਟ ਸੀਗਾ, ਹੋ ਸਕਦਾ ਤੁਹਾਨੂੰ ਉਹ ਵੀ ਕੁਐਸਚਨ ਪੁੱਛ ਲਿਆ ਜਾਵੇ। ਉਹ ਸੀਗਾ ਤੇਜ ਪ੍ਰਤਾਪ ਸਪਰੂ, ਠੀਕ ਹੈ। ਆਪਾਂ ਜੇਕਰ ਤੁਸੀਂ ਹਿਸਟਰੀ ਮੇਰੇ ਤੋਂ ਪੜ੍ਹੀ ਹੋਵੇ ਤਾਂ ਮੈਂ ਬਹੁਤ ਵਾਰੀ ਨਾਮ ਇਹ ਯੂਜ਼ ਕੀਤਾ ਗਾ। ਸੋ ਤੇਜ ਪ੍ਰਤਾਪ ਸਪਰੂ ਜਾਂ ਫਿਰ ਤੇਜ ਬਹਾਦਰ ਸਪਰੂ ਵੀ ਕਿਹਾ ਜਾਂਦਾ, ਉਹ ਤੁਸੀਂ ਉਹ ਵੀਡੀਓ ਦੇ ਵਿੱਚ ਵੀ ਮੈਂ ਦੱਸਦਾ ਹੁੰਦਾ ਕਿ ਤੁਸੀਂ ਇਹ ਨਾਮ ਦੋਨੇ ਯਾਦ ਰੱਖ ਸਕਦੇ ਹੋ, ਠੀਕ ਹੈ। ਤੇਜ ਬਹਾਦਰ ਸਪਰੂ ਜਾਂ ਤੇਜ ਪ੍ਰਤਾਪ ਸਪਰੂ। ਚਲੋ ਤਾਂ ਇਸ ਤੋਂ ਬਾਅਦ ਆ ਗਿਆ ਵਿਚ ਅਮੰਗ ਦਾ ਫੋਲੋਇੰਗ ਇਜ਼ ਦਾ ਰੈਸਟਿੰਗ ਪਲੇਸ ਆਫ ਮੁਰਾਰਜੀ ਦੇਸਾਈ? ਤਾਂ ਮਹਾਤਮਾ ਗਾਂਧੀ ਜਾਂ ਇੰਦਰਾ ਗਾਂਧੀ ਜਾਂ
ਸੰਜੇ ਗਾਂਧੀ ਜਾਂ ਇਹਨਾਂ ਦੇ ਤੁਸੀਂ ਰੈਸਟਿੰਗ ਪਲੇਸ ਆ ਜਿਹੜੇ ਉਹ ਤੁਸੀਂ ਯਾਦ ਰੱਖ ਸਕਦੇ ਹੋ। ਇਹਨਾਂ ਤੋਂ ਵੀ ਕੁਐਸਚਨ ਇੱਕ ਅੱਧਾ ਪੁੱਛਿਆ ਹੀ ਜਾਂਦਾ ਹੁੰਦਾ, ਰਾਈਟ। ਸੋ ਇਹਦਾ ਆਨਸਰ ਜਿਹੜਾ ਹੈਗਾ ਭਾਈ ਉਹ ਸੌਖਾ ਹੈ, ਚਲੋ ਅਬੇ ਕਾਰਡ, ਠੀਕ ਹੈ। ਸੋ ਬਾਕੀ ਤੁਸੀਂ ਜ਼ਰੂਰ ਯਾਦ ਰੱਖਣੇ, ਜੇ ਮੈਂ ਐਕਸਪਲੇਨ ਕਰਨਾ ਹੁੰਦਾ ਤਾਂ ਇਕੱਲੇ ਇਕੱਲੇ ਦੱਸ ਦਿੰਦਾ, ਪਰ ਫਿਰ ਟਾਈਮ ਜ਼ਿਆਦਾ ਲੱਗ ਜਾਂਦਾ ਹਰ ਇੱਕ ਕੁਐਸਚਨ 'ਤੇ, ਠੀਕ ਹੈ। ਸੋ ਤੁਸੀਂ ਇਹ ਆਪਣੇ ਬੇਸ 'ਤੇ ਯਾਨੀ ਕਿ ਯਾਦ ਜ਼ਰੂਰ ਕਰਨਾ ਗਾ। ਇਸ ਤੋਂ ਬਾਅਦ ਆ ਗਿਆ ਹੂ ਅਮੰਗ ਦਾ ਫੋਲੋਇੰਗ ਇੰਟਰੋਡਿਊਸਿੰਗ ਦਾ ਸਬਸਿਡਰੀ ਅਲਾਇੰਸ ਸਿਸਟਮ ਇਨ ਇੰਡੀਆ। ਸੋ ਸਬਸਿਡਰੀ ਸਹਾਇਕ ਸੰਧੀ ਇਹ ਵੀ ਕਿਉਂ ਕੀਤੀ ਗਈ ਸੀ, ਬੜੀ ਤਗੜੀ ਸਟ੍ਰੈਟਜੀ ਸੀਗੀ, ਰਾਈਟ ਆ। ਤਾਂ ਇਹਦਾ ਹੁਣ ਕੀ ਕਾਰਨ ਸੀ, ਕੀ ਇਹਦੇ ਪਿੱਛੇ ਯਾਨੀ ਕਿ ਰੀਜ਼ਨ ਸੀਗਾ, ਸਾਰਾ ਪੂਰੀ ਡਿਟੇਲ ਦੇ ਵਿੱਚ ਆਪਾਂ ਪੜ੍ਹਿਆ ਹੋਇਆ। ਹੁਣ ਤਾਂ ਤੁਹਾਡੇ ਯਾਦ ਆ ਗਿਆ ਹੋਣਾ ਜਿਨ੍ਹਾਂ ਨੇ ਪੜ੍ਹ ਰੱਖਿਆ। ਸੋ ਸਬਸਿਡਰੀ ਅਲਾਇੰਸ ਸਿਸਟਮ ਆ ਜਿਹੜਾ ਉਹ ਇੰਟਰੋਡਿਊਸ ਕੀਤਾ ਗਿਆ ਸੀ ਲਾਰਡ ਵੈਲਸਲੇ ਦੁਆਰਾ, ਸੋ ਇਹ ਯਾਦ ਰੱਖਣਾਗਾ। ਤੇ ਸਭ ਤੋਂ ਪਹਿਲਾਂ ਇਹਦੇ ਵਿੱਚ ਜੋ ਵਿਕਟਮ ਬਣਾਇਆ ਗਿਆ ਸੀ ਕਿਹੜਾ ਸੀ, ਉਹ ਇਹਦੇ ਵਿੱਚ ਵੀ ਕੁਐਸਚਨ ਆਊਗਾ, ਚਲੋ ਕੁਐਸਚਨ ਜਦੋਂ ਆ ਗਿਆ ਮੈਂ ਦੱਸੂਗਾ, ਠੀਕ ਹੈ। ਤਾਂ ਸਭ ਤੋਂ ਪਹਿਲਾਂ ਕਿਹੜੀ ਸਟੇਟ ਨੇ ਸਬਸਿਡਰੀ ਅਲਾਇੰਸ ਯਾਨੀ ਸੰਧੀ ਕੀਤੀ ਸੀ, ਉਹ ਵੀ ਕੁਐਸਚਨ ਪੁੱਛ ਲਿਆ ਜਾਂਦਾ ਹੁੰਦਾ। ਚਲੋ, ਤਾਂ ਹੂ ਅਮੰਗ ਦਾ ਫੋਲੋਇੰਗ ਸਾਈਨਡ ਦਾ ਟ੍ਰੀਟੀ ਆਫ ਬੇਸਿਨ ਇਨ 1802 ਵਿਦ ਦਾ ਬ੍ਰਿਟਿਸ਼ ਈਸਟ ਇੰਡੀਆ ਕੰਪਨੀ। ਸੋ ਜੇਕਰ ਤੁਸੀਂ ਬੈਟਲ ਆਫ ਪੂਨਾ ਪੜ੍ਹਿਆ ਹੋਵੇ ਤਾਂ ਉਦੋਂ ਬੈਟਲ ਆਫ ਪੂਨਾ 1802 ਤੱਕ ਜਿਹੜੀ ਸੀਗੀ, ਤਾਂ ਬੇਸਿਕਲੀ ਉਦੋਂ ਸੰਧੀ ਹੋਈ ਸੀ ਜਿਹਨੂੰ ਆਪਾਂ ਟ੍ਰੀਟੀ ਆਫ ਬੇਸਿਨ ਕਹਿੰਦੇ ਆ। ਸੋ ਇਹ ਵੀ ਮੈਚ ਆਫ ਦਾ ਫੋਲੋਇੰਗ ਦੇ ਵਿੱਚ ਕੁਐਸਚਨ ਆਇਆ ਹੋਇਆ। ਸੋ ਉਦੋਂ ਮੈਂ ਵੈਸੇ ਬਾਕੀ ਆਪਸ਼ਨ ਦਿਖਾ ਦਿੰਦਾ, ਪਰ ਆਪਸ਼ਨ ਇਹੀ ਆਨਸਰ ਇਹਦਾ ਹੈਗਾ। ਸੋ ਤੁਸੀਂ ਇਹ ਪਹਿਲਾਂ ਤਾਂ ਯਾਦ ਰੱਖੋ ਕਿ ਟ੍ਰੀਟੀ ਆਫ ਬੇਸਿਨ ਜਿਹੜੀ ਬ੍ਰਿਟਿਸ਼ ਈਸਟ ਇੰਡੀਆ ਕੰਪਨੀ ਤੇ ਬਾਜੀਰਾਓ ਸੈਕੰਡ ਦੇ ਵਿੱਚ ਹੋਈ, ਠੀਕ ਹੈ। ਬਾਕੀ ਆਪਸ਼ਨ ਪੜ੍ਹ ਲਓ, ਬਟ ਹੁਣ ਆਨਸਰ ਆਪਾਂ ਲਾ ਹੀ ਦਿੱਤਾ। ਸੋ ਬਾਜੀਰਾਓ ਪਹਿਲਾ, ਸੁਲਤਾਨ ਬਹਾਦਰ ਜਾਂ ਸ਼ਿਵਾਜੀ, ਸੋ ਬਾਜੀਰਾਓ ਸੈਕੰਡ ਆ ਜਾਊਗਾ, ਠੀਕ ਹੈ। ਇਸ ਤੋਂ ਬਾਅਦ ਆ ਗਿਆ ਵਿਚ ਅਮੰਗ ਦਾ ਫੋਲੋਇੰਗ ਇਵੈਂਟਸ ਵਾਜ਼ ਮੇਜਰ ਸੈਟਬੈਕ ਟੂ ਖਿਲਾਫਤ ਮੂਵਮੈਂਟਸ। ਮੇਜਰ ਸੈਟਬੈਕ ਯਾਨੀ ਕਿ ਇੱਕੋ ਦਮ ਜਿਹੜਾ ਖਿਲਾਫਤ ਮੂਵਮੈਂਟ ਆਪਾਂ ਦੇਖਿਆ ਕਿ ਇੰਨਾ ਜ਼ਿਆਦਾ ਉਹ ਫੈਲ ਗਿਆ, ਤਾਂ ਇੱਕੋ ਦਮ ਉਹਦਾ ਯਾਨੀ ਉਹਨੂੰ ਧੱਕਾ ਕੀ ਲੱਗਿਆ ਸੀ, ਸੈਟਬੈਕ ਟੂ ਦਾ ਖਿਲਾਫਤ ਮੂਵਮੈਂਟ ਕਿਹੜਾ ਐਸਾ ਇਵੈਂਟ ਸੀਗਾ ਮੇਜਰ। ਅਨਾਊਂਸਮੈਂਟਸ ਆਫ ਕੰਸੈਸ਼ਨ ਟੂ ਮੁਸਲਿਮਸ ਬਾਈ ਬ੍ਰਿਟਿਸ਼ ਗਵਰਨਮੈਂਟ, ਪੈਕਟ ਹੋਇਆ ਸੀ ਸਾਈਨ ਇੰਡੀਅਨ ਨੈਸ਼ਨਲ ਕਾਂਗਰਸ ਤੇ ਮੁਸਲਿਮ ਲੀਗ ਦੇ ਵਿੱਚ, ਜਾਂ ਫਿਰ ਰੈਵੋਲੂਸ਼ਨ ਇਨ ਟਰਕੀ। ਸੋ ਤੁਹਾਨੂੰ ਪਤਾ ਕੈਲਿਫ ਸੀਗਾ ਜਿਹੜਾ, ਠੀਕ ਹੈ। ਸੋ ਆਟੋਮਨ ਅੰਪਾਇਰ ਉਧਰੋਂ ਜੋ ਲੜਾਈਆਂ ਚੱਲ ਰਹੀਆਂ ਸੀ ਬੇਸਿਕਲੀ ਉਹਦੇ ਕਰਕੇ ਉਹਨਾਂ ਨੇ ਪੂਰਾ ਉਸ ਨੂੰ ਜਿਹੜਾ ਸਾਰਾ ਬੰਦ ਕਰਤਾ ਸੀ ਬੇਸਿਕਲੀ, ਤਾਂ ਕੈਲਿਫ ਨੂੰ, ਤਾਂ ਉਸ ਕਰਕੇ ਉਹ ਦੁਬਾਰਾ ਸਾਰਾ ਏਰੀਆ ਉਹਨਾਂ ਨੂੰ ਮਿਲ ਜਿੱਤਾ। ਇਸ ਕਰਕੇ ਟਰਕੀ ਦੇ ਵਿੱਚ ਬੇਸਿਕਲੀ ਇਹ ਚੀਜ਼ ਸਟਾਰਟ ਹੋਈ ਸੀ। ਸੋ ਮੇਜਰ ਸੈਟਬੈਕ ਸੀਗਾ। ਸੋ ਇਸੇ ਕਰਕੇ ਇੰਡੀਆ ਦੇ ਵਿੱਚ ਉਸ ਤੋਂ ਬਾਅਦ ਫਿਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਵੀ ਸਾਥ ਦਿੱਤਾ। ਇਨ ਵਿਚ ਆਫ ਦਾ ਫੋਲੋਇੰਗ ਲੈਂਗੁਏਜਸ ਵਾਜ਼ ਦਾ ਗਦਰ ਜਨਰਲ ਵਾਜ਼ ਫਸਟ ਪਬਲਿਸ਼ਡ। ਤਾਂ ਕਿਹੜੀ ਲੈਂਗੁਏਜ ਦੇ ਵਿੱਚ ਬੇਸਿਕਲੀ ਇਹ ਸਟਾਰਟ ਹੋਇਆ ਸੀਗਾ? ਸੋ ਭਾਈ ਇਹ ਹੈਗਾ ਉਰਦੂ, ਠੀਕ ਹੈ। ਸੋ ਯਾਦ ਰੱਖਣਾ, ਸਟੈਟਿਕ ਪੋਰਸ਼ਨ ਹੈ, ਇਹੋ ਜਿਹੇ ਕੁਐਸਚਨ ਵੀ ਬੇਸਿਕਲੀ ਆ ਜਾਂਦੇ ਆ, ਨਿੱਕੇ ਨਿੱਕੇ ਚੀਜ਼ਾਂ ਗੀਆਂ, ਹੋਰ ਕੁਝ ਨਹੀਂ, ਕੁਐਸਚਨ ਇੱਥੋਂ ਫਸ ਜਾਂਦੇ ਆ। ਇਸ ਤੋਂ ਬਾਅਦ ਆ ਗਿਆ ਕੁਐਸਚਨ ਤੁਹਾਡਾ, who was elected the president of Indian National Congress in the famous ਤ੍ਰਿਪੁਰੀ ਸੈਸ਼ਨ 1939। ਤ੍ਰਿਪੁਰੀ ਸੈਸ਼ਨ ਤੁਹਾਨੂੰ ਜੇਕਰ ਯਾਦ ਹੋਵੇ, ਪੱਤਾ ਭਾਈ ਸੀਤਾਰਮੈਆ ਤੇ ਸੁਭਾਸ਼ ਚੰਦਰ ਬੋਸ ਦੇ ਵਿੱਚ। ਪੱਤਾ ਭਾਈ ਸੀਤਾਰਮੈਆ ਜਿਹੜਾ ਸੀਗਾ ਉਹ ਮਹਾਤਮਾ ਗਾਂਧੀ ਦੁਆਰਾ ਕੈਂਡੀਡੇਟ ਖੜਾ ਕੀਤਾ ਗਿਆ ਸੀ, ਜਿਹਨੂੰ ਸੁਭਾਸ਼ ਚੰਦਰ ਬੋਸ ਨੇ ਹਰਾਤਾ ਸੀਗਾ। ਸੋ ਫੇਮਸ ਇਸੇ ਕਰਕੇ ਹੀ ਆ ਕਿਉਂਕਿ ਸੁਭਾਸ਼ ਚੰਦਰ ਬੋਸ ਤੇ ਮਹਾਤਮਾ ਗਾਂਧੀ ਦੀ ਜਿਹੜੀ ਆਈਡੀਓਲੋਜੀ ਸੀ ਉਹਦੇ ਵਿੱਚ ਫਰਕ ਸੀ, ਯਾਨੀ ਕਿ ਇਹਨਾਂ ਦੇ ਵਿੱਚ ਬਣਦੀ ਘੱਟ ਸੀ, ਹਾਲਾਂਕਿ ਐਂਡ ਦੇ ਵਿੱਚ ਬਣੀ। ਤੇ ਫਸਟ ਜਿਹੜਾ ਇਲੈਕਟਡ ਦਾ ਪ੍ਰੈਜ਼ੀਡੈਂਟ ਆਫ ਇੰਡੀਅਨ ਨੈਸ਼ਨਲ ਕਾਂਗਰਸ ਇਨ ਦਾ ਫੇਮਸ ਤ੍ਰਿਪੁਰੀ ਸੈਸ਼ਨ 1939 ਸੁਭਾਸ਼ ਚੰਦਰ ਬੋਸ, ਤੁਸੀਂ ਯਾਦ ਰੱਖਣਾਗਾ। ਇਸ ਤੋਂ ਬਾਅਦ ਆ ਗਿਆ ਆਪਾਂ ਨੈਕਸਟ ਕੁਐਸਚਨ ਵੱਲ ਆਈਏ, ਤਾਂ ਹੂ ਅਮੰਗ ਦਾ ਫੋਲੋਇੰਗ ਇੰਟਰੋਡਿਊਸ ਦਾ ਵਰਨਾਕੂਲਰ ਪ੍ਰੈਸ ਐਕਟ। ਸੋ ਕਿਹਨਾਂ ਨੇ ਇਹ ਇੰਟਰੋਡਿਊਸ ਕੀਤੀ ਸੀ? ਲਾਰਡ ਵਿਲੀਅਮ ਬੈਂਟਿਕ, ਜਾਂ ਫਿਰ ਉਸ ਤੋਂ ਬਾਅਦ ਰੋਬਰਟ ਕਲਾਈਵ, ਲਾਰਡ ਲਿਟਨ, ਜਾਂ ਫਿਰ ਲਾਰਡ ਰਿਪਨ। ਸੋ 1878 ਜਾਂ 77 ਦੇ ਕਰੀਬ ਇਹ ਚੀਜ਼ਾਂ ਮੈਂ ਤਾਂ ਦੱਸਦਾ, ਉਹਨੂੰ ਕਰੀਬ ਯਾਦ ਰੱਖਿਆ ਕਰੋ ਕਿਉਂਕਿ ਪੇਪਰ ਦੇ ਵਿੱਚ ਕਈ ਵਾਰੀ ਉਹ ਵੀ ਪੁੱਛ ਲਿਆ ਜਾਂਦਾ, ਹਾਲਾਂਕਿ ਵਧੀਆ ਪੇਪਰਾਂ ਦੇ ਵਿੱਚ ਘੱਟ ਹੈ, ਕਨਸੈਪਟ ਵਾਲੇ ਜ਼ਿਆਦਾ ਕੁਐਸਚਨ ਹੁੰਦੇ ਆ। ਸੋ ਵਰਨਾਕੂਲਰ ਪ੍ਰੈਸ ਐਕਟ ਆ ਜਿਹੜਾ ਉਹ ਲਾਰਡ ਲਿਟਨ ਦੁਆਰਾ ਇੰਟਰੋਡਿਊਸ ਕੀਤਾ ਗਿਆ ਸੀ। ਤੇ ਪਹਿਲੇ ਇਹਨਾਂ ਦੇ ਵਿਕਟਮ ਜਿਹੜੇ ਸੀਗੇ ਉਹ ਕੌਣ ਸੀਗੇ? ਸੋਮਾ ਪ੍ਰਕਾਸ਼, ਠੀਕ ਹੈ। ਵਰਨਾਕੂਲਰ ਤੁਹਾਨੂੰ ਪਤਾ ਲੋਕਲ ਲੈਂਗੁਏਜ ਦੇ ਵਿੱਚ ਆਪਣਾ ਹੁੰਦਾ, ਰੀਜਨਲ ਲੈਂਗੁਏਜ ਦੇ ਵਿੱਚ। ਬਾਅਦ ਦੇ ਵਿੱਚ ਲਾਰਡ ਰਿਪਨ ਨੇ ਇਹਨਾਂ ਨੂੰ ਰਿਪੀਲ ਕਰਤਾ ਸੀਗਾ, ਇਸੇ ਕਰਕੇ ਦਾ ਲਿਬਰੇਟਰ ਆਫ ਪ੍ਰੈਸ ਵੀ ਲਾਰਡ ਰਿਪਨ ਨੂੰ ਕਿਹਾ ਜਾਂਦਾ। ਚਲੋ ਖੈਰ, ਤਾਂ ਇਹਦਾ ਆਨਸਰ ਜਿਹੜਾ ਹੈਗਾ ਵਰਨਾਕੂਲਰ ਪ੍ਰੈਸ ਐਕਟ ਦਾ ਲਾਰਡ ਲਿਟਨ ਹੀ ਹੈ। ਇਸ ਤੋਂ ਬਾਅਦ ਆਪਾਂ ਨੈਕਸਟ ਕੁਐਸਚਨ ਦੀ ਗੱਲ ਕਰੀਏ ਤਾਂ the British East India Company ceased to be trading company via which among the following legislation। ਸੋ ਜਿਹੜਾ ਟ੍ਰੇਡ ਯਾਨੀ ਈਸਟ ਇੰਡੀਆ ਕੰਪਨੀ ਦਾ ਖਤਮ ਕੀਤਾ ਸੀ ਜਾਂ ਸਟਾਪ ਕੀਤਾ ਸੀ, ਕਿਹੜਾ ਸੀਗਾ? ਪਿਟਸ ਇੰਡੀਆ 1784, 1833, 1813 ਤੇ ਜਾਂ ਫਿਰ 1858। ਸੋ ਟ੍ਰੇਡ ਦੀ ਗੱਲ ਹੋਈ ਹੈ, ਯਾਨੀ ਪੂਰਨ ਤੌਰ ਤੇ ਚਾਹੇ ਚਾਈਨਾ, ਚਾਹੇ ਚਾਹ, ਚਾਹੇ ਕੋਈ ਹੋਰ ਹੈ, ਤਾਂ ਪੂਰਨ ਤੌਰ ਤੇ ਮੋਨੋਪੋਲੀ ਸਮਾਪਤ ਹੋ ਗਈ ਸੀ ਇਹਨਾਂ ਦੀ 1833 ਦੇ ਵਿੱਚ। ਜੇ ਇੱਥੇ ਕੁਐਸਚਨ ਪੁੱਛ ਲਿਆ ਜਾਂਦਾ ਵੀ ਚਾਹ ਤੇ ਚਾਈਨਾ ਨੂੰ ਛੱਡ ਕੇ, ਫਿਰ ਉਹ 1813 ਦੇ ਵਿੱਚ ਸੀ, ਬਟ 1833 ਦੇ ਵਿੱਚ ਪੂਰਨ ਤੌਰ ਤੇ ਹੀ ਖਤਮ ਕਰ ਦਿੱਤਾ ਗਿਆ ਸੀ। ਇਸ ਤੋਂ ਬਾਅਦ ਆ ਗਿਆ ਦਾ ਫਸਟ ਵਿਕਟਮ
ऑफ द ब्रिटिश पॉलिसी ऑफ सबसिडरी अलायंस वाज अवध सीगा, मेवाड़ सी, मैसूर सी, ਜਾਂ ਫਿਰ हैदराबाद सी। आ गया क्वेश्चन ਜਿਹੜਾ मैं ਤੁਹਾਨੂੰ ਦੱਸਦਾ ਸੀ ਕਿ क्वेश्चन ਪੁੱਛਿਆ ਜਾ ਸਕਦਾ। ਸੋ हैदराबाद इज़ द राइट आंसर। सो ये ਤੁਸੀਂ याद रखना ਜਿਹੜਾ लॉर्ड वेल्सली द्वारा चलाया गया है। इसके बाद नेक्स्ट क्वेश्चन आ गया, who among the following edited and published the newspaper इंडियन मिरर इन 1861 1861। कई क्वेश्चन होंगे ਜਿਹੜੇ सिर्फ आप MCQ तो ही कर सकते हैं, जिमें कि थ्रैटिकल पोर्शन ਦੇ ਵਿੱਚ ਰਿਹਾ ਹੋਇਆ। सो ਤਾਂ ਹੀ मैं कहना ਹੁੰਦਾ कि MCQ ਕਰਿਆ ਕਰੋ। सो ये ਤੁਸੀਂ याद रखना ਗਾ, ਇਹਦਾ आंसर ਕੀ ਆਊਗਾ। इंडियन मिरर ਜਿਹੜਾ पब्लिश ਕੀਤਾ ਗਿਆ मनमोहन घोष ਤੇ ਜਿਹੜਾ ਦਵਿੰਦਰ ਨਾਥ ਟੈਗੋਰ। सो ये ਤੁਸੀਂ डी ऑप्शन ਇਹਦਾ याद रख ਲਿਓ, ठीक है। सो आ सकता कई बार ਇਹੋ ਜਿਹੇ क्वेश्चन भी देखने को मिल जाते हैं 1861 ਦੇ ਵਿੱਚ। नैक्सट क्वेश्चन आ गया, who among the following preached the doctrine of one religion one caste and one god for mankind। एक साउथ इंडिया ਦੇ ਵਿੱਚ ਇੱਕ ਇਹਨਾਂ ਨੇ ਜੋ ਮਤਲਬ ਰਿਲੀਜਨ, ਜਿਵੇਂ ਓਬਵੀਅਸ ਗੱਲ ਹੈ, ਜਿਵੇਂ ਇਹਨਾਂ ਨੇ ਕਿਹਾ ਹੋਇਆ ਕਿ ਇੱਕ ਰਿਲੀਜਨ ਇੱਕ ਕਾਸਟ ਤੇ ਇੱਕ ਹੀ ਗॉड ਫॉर ਮੈਨਕਾइंड ਵਾਸਤੇ, ਤਾਂ ਲੋਕ ਭਲਾਈ ਵਾਸਤੇ ਇਹਨਾਂ ਨੇ ਬਹੁਤ ਕੰਮ ਕੀਤਾ ਗਾ। ਸੋ ਸਾਊਥ ਦੇ ਵਿੱਚ ਸੀਗਾ। ਸੋ ਕਿੰਨਾ ਦੁਆਰਾ ਇਹ ਯਾਨੀ ਕਿ ਪ੍ਰਚਾਰ ਦਿੱਤਾ ਗਿਆ, ज्योतिबा फुले, विवेकानंद, श्री नारायण गुरु ते BR अंबेडकर। सो ਇਹਦਾ ਜਿਹੜਾ ਆਨਸਰ ਆ ਜਾਊਗਾ ਉਹ ਆ ਜਾਊਗਾ श्री नारायण गुरु। सो ਇਹ ਵੀ ਤੁਸੀਂ याद रखना है। तो बाकी जेकर इत्थों तक तुसी वीडियो देख ही लई तो चैनल ਨੂੰ सबसक्राइब नहीं किया, क्वेश्चन तुसी देख ही लए होना, जेकर इन्नी वधिया तरीके नाल कराया होया तो चैनल ਨੂੰ सबसक्राइब करना बनता तो एप्लीकेशन इंस्टॉल करनी भी बनती है, राइट। चलो खैर, तो इस तो बाद आप नैक्सट क्वेश्चन वाल मूव करिए। तो हू स्टार्टड द इंडियन रिफॉर्म एसोसीएशन। सो किने यह बेसिकली स्टार्ट की है इंडियन रिफॉर्म एसोसीएशन? नारायण गुरु, स्वामी विवेकानंद, कृष्णा स्वामी अयर या फिर केशव चंद्र सेन। सो इंडियन रिफॉर्म एसोसीएशन है जी, यह केशव चंद्र सेन द्वारा। हुण केशव चंद्र सेन की भी स्टोरी है, तुहानूं जेकर पढ़िया होवे चंगी तरह तो मैं दस्सिया सीगा कि इन्हां दे ਇਹ भी खिलाफ हो गए सी जो आप ब्रह्मो समाज की गल करते उदों बाद दी गल्लां बातां थ्रैटिकल पोर्शन के पढ़िया हुआ चंगी तरह, राइट। चलो खैर, तो केशव चंद्र सेन का आंसर आ गया। इस तो बाद आ गया जी तुहाडा 35वां क्वेश्चन जिहड़ा हैगा गा, हू ऑफ द फॉलोइंग लीडर्स इज़ नॉट एसोसीएटेड विद द ब्रह्मा समाज। सो ब्रह्मा समाज के नाल किहड़ा इन्हां दे विच लीडर एसोसीएट नहीं हैगा? दविंद्रनाथ टैगोर आ, केशव चंद्र सेन है, राजा राम मोहन रॉय है, जां फिर आत्मा राम पांडुरंग है। सो भाई ये भी इंपॉर्टेंट है। हुणी मैं आप चलो केशव चंद्र सेन की गल की है। सो ब्रह्मा समाज हो गया, इन्हां दे विचों किहड़ा यानी ब्रह्मा समाज दे नाल रिलेटेड नहीं हैगा। दविंद्रनाथ टैगोर ने बाद दे विच जिहड़ी चीज़ संभाली सी, केशव चंद्र सेन ने भी संभाली सी, बट केशव चंद्र सेन थोड़े जे ज़्यादा एडवांस दे विच हो गए सीगे। इंटरकास्ट मैरिज की भी गल चल पई सी, तो इन्हां नूं बाद दे विच कढ़ता सी, यानी ये भी आंसर तो सही है, पार्ट तो सीगे। राजा राम मोहन राय तो बेसिकली स्टार्ट ही होया, ठीक है। सो आत्मा राम पांडुरंग इहदा आंसर नहीं आऊगा, जिन्हां ने प्रार्थना समाज स्टार्ट की सी, प्रार्थना, ठीक है ना, प्रार्थना समाज। सो यही चीज़ें इंपॉर्टेंट बनदियां भाई। सो जस्ट अ मिनट। सो प्रार्थना समाज इहदा राइट आंसर आ जाऊगा। नैक्सट आप क्वेश्चन की गल करिए तो नैक्सट क्वेश्चन की है, कहता विच ऑफ द फॉलोइंग विच ऑफ द फॉलोइंग एक्ट लैड टू द इंट्रोडक्शन ऑफ डूअल सिस्टम ऑफ गवर्नमेंट इन इंडिया। सो 1784 है, 1773 है, जां फिर 1793 है, तो जां फिर हैगा भाई 1813। सो वट इज़ द राइट आंसर? सो डूअल गवर्नमेंट दी इंट्रोडक्शन 1784 आऊगा। हालांकि जेकर तुसीं देखिया होवे तो 1773 ਦੇ ਵਿੱਚ अबॉलिश की गई सी। ਉਹ ਕਿਉਂ ਕੀਤੀ ਗਈ ਸੀ? क्योंकि उस तो पहला 1764 ਜਿਹੜਾ बैटल ऑफ बक्सर होया सी, उस तो बाद भी डूअल गवर्नमेंट आई सी, ठीक है। तो बाद ਦੇ ਵਿੱਚ 1773 ਦੇ ਵਿੱਚ ਤੇ ਫਿਰ ਪਿਟਸਨ ਡੀ एक्ट ने दोबारा इंट्रोड्यूस किया। चलो खैर डिटेल ਦੇ ਵਿੱਚ ਪੜ੍ਹਨ ਵਾਲੀ ਗੱਲਾਂ, ठीक है। सो ये आंसर आ जाऊगा। इस तो बाद हू स्टार्टड द इंग्लिश वीकली न्यू इंडिया। तो इंग्लिश वीकली न्यू इंडिया जोड़ा है कि द्वारा स्टार्ट किया गया? लाला लाजपत राय, बिपिन चंद्र पाल, दादा भाई नरौजी, या फिर मदन मोहन मालवीय। सो याद रखना भाई, मदन मोहन मालवीय का आंसर आ जाऊगा MMM, मदन मोहन मालवीय। नैक्सट आ गया, अरेंज द फॉलोइंग इन क्रोनोलॉजिकली। वॉरेन हेस्टिंग है, ओके। इस तो बाद आ गया क्लाइव, लॉर्ड कॉर्नवालिस आ, या फिर लॉर्ड वेल्सली आ। सो पहला तो क्लाइव ही आऊगा, क्योंकि आप फस्ट गवर्नर पढ़ते हैं जो लड़ाई होंगी है बंगाल, राइट। फिर उस तो बाद गवर्नर जनरल क्या आ जाता, तो पहला तो लॉर्ड क्लाइव ही आ जाऊगा। पहला तो ऑप्शन आए देखो कि दो पहला कितने आ, लो ला सीधा ही लॉर्ड क्लाइव, यानी लॉर्ड क्लाइव बारे पता लग्या नहीं तो आंसर अपने को आया नहीं,
राइट है। सो लॉर्ड क्लाइव आ जाऊगा, फिर वॉरेन हेस्टिंग आ जाऊगा, फिर कॉर्नवालिस आ जाऊगा, तो फिर लॉर्ड वेल्सले आ जाऊगा। सौखा गा, यानी डी ऑप्शन आ गया। ठीक है, सो एम भी आंसर हो जाते कई बार। नैक्सट क्वेश्चन आ गया, विच गवर्नर मेड द सनसैट लॉ इन 1794। सो आप हुणी जेकर कॉर्नवालिस का टाइम पीरियड तुहानूं पता हो 1792-94 का, सो एक परमानेंट सैटलमेंट करके या उदों बाद रायतवारी सिस्टम आप पढ़ते हैं, जो लैंड रेवैन्यू पॉलिसीज़ आईयां सी। सो सनसैट लॉ भी उसे नूं कहा जाता सी बेसिकली। सनसैट का मतलब की सीगा, इत्थों तक दिस रहा वैसे, दिस रहा है ना। तो सनसैट का मतलब की सीगा बेसिकली, तो सनसैट का ये सीगा भी जिवें कहंदे हुंदे भी जदों सूरज ढल गया, तो यानी कि उदों पहला तुसीं अपना जिहड़ा हैगा ओह कमीशन आ या रेवैन्यू जिहड़ा तुसीं जनरेट करके देना, पैसा देना यानी कि। ठीक है, सो ये किहदे द्वारा इंट्रोड्यूस किया गया सीगा? लॉर्ड कॉर्नवालिस। ठीक है, सो इदों पहला सारा अपना पैसा चुकता करना हुंदा है। The Rayatwari was the second system of land revenue management after the permanent settlement implemented in British India was introduced by whom? ਤਾਂ ਕਿਹਦੇ ਦੁਆਰਾ ਇਹ ਇੰਟਰੋਡਿਊਸ ਕੀਤਾ ਗਿਆ ਸੀ? ਸੋ ਇਹ ਵੀ ਬਹੁਤ ਚੀਜ਼ਾਂ ਇੰਪੋਰਟੈਂਟ ਬਣਦੀਆਂ। ਸੋ ਕਿਹਦੇ ਦੁਆਰਾ ਇੰਟਰੋਡਿਊਸ ਕੀਤਾ ਗਿਆ ਸੀ? ਥਾਮਸ ਮੁਨਰੋ ਸੀ, ਤੇ ਇਹਦੇ ਨਾਲ ਕੈਪਟਨ ਰੀਡ ਸੀ। ਠੀਕ ਹੈ, ਸੋ ਇਹ ਵੀ ਆਪਾਂ ਚੰਗੀ ਤਰ੍ਹਾਂ ਪੜ੍ਹ ਰੱਖਿਆ ਭਾਈ। ਸੋ ਯਾਦ ਰੱਖਣਾ ਥਾਮਸ ਮੁਨਰੋ ਐਂਡ ਕੈਪਟਨ ਰੀਡ, ਯਾਨੀ ਬੋਥ ਏ ਐਂਡ ਬੀ ਆਂਸਰ ਇਹਦਾ ਆ ਜਾਊਗਾ। ਠੀਕ ਹੋ ਗਿਆ ਭਾਈ। ਨੈਕਸਟ ਕੁਐਸਚਨ, ਨੈਕਸਟ ਕੁਐਸਚਨ ਕੀ ਆ? ਕਹਿੰਦਾ ਜੀ ਵਿਚ ਆਫ ਦ ਫੋਲੋਇੰਗ ਸਟੇਟਮੈਂਟਸ ਅਬਾਊਟ ਦ ਇਲਬਰਟ ਬਿੱਲ ਇਜ਼ ਕਰੈਕਟ। ਸੋ ਇਲਬਰਟ ਬਿੱਲ ਦੇ ਨਾਲ ਕਿਹੜਾ ਕਰੈਕਟ ਆ? ਕਹਿੰਦਾ ਐਸਟੈਬਲਿਸ਼ਡ ਹਾਈ ਕੋਰਟ ਇਨ ਈਚ ਪ੍ਰੋਵਿੰਸ ਫॉर प्रमोशन ऑफ इंडियन जजिज आल्सो हैव द पावर्स टू कंसिडर केसिस ऑफ ब्रिटिश अक्यूज्ड। ऑबवियस है, तो इलबर्ट बिल जो इंट्रोड्यूस किया गया सी बाद में ही वापस ले लिया गया सी, यानी जो इंडियन जज सीगे उन्होंने ब्रिटिश ते जेकर कोई ब्रिटिश अक्यूज सीगा उहदे ते केस कर नहीं देंदे सीगे भी, यानी कि तुसीं नहीं सज़ा सुना सकते, इंडियंस नूं मनते सी। सो इलबर्ट बिल इंट्रोड्यूस हुए, इंडियंस जजिज को पावर आई कि वह ब्रिटिश अक्यूज के भी केसिस लै सकते हैं। चलो खैर, तो इस तो बाद आ गया जी हू हैज़ रिपील्ड द वर्नाकुलर जिहड़ा हैगा वर्नाकुलर जिहड़ा एक्ट यानी कि प्रैस एक्ट सीगा पासड बाय लॉर्ड लिटन। वो किने रिपील किया मैं नाल दी नाल दसदा सीगा, द लॉर्ड रिपन, तो लिबरेटर ऑफ प्रैस भी कहा जाता। सो इंपॉर्टेंट है। क्विट इंडिया मूवमेंट वाज ए मूवमेंट लॉन्च्ड एट विच सैशन ऑफ द ऑल इंडिया कांग्रेस कमेटी ऑन 8 अगस्त 1942। सो भाई कित्थे किहड़ा सैशन सी? कलकत्ता सैशन सी, बॉम्बे सी, इलाहाबाद सी, या फिर सूरत सैशन सी। सो ये भी इंपॉर्टेंट बनता है भाई। सो याद रखना बॉम्बे। सो सारे पता गा क्विट इंडिया मूवमेंट डू और डाई का नारा। सो बॉम्बे। नेक्स्ट क्वेश्चन वाल मूव करें तो वेयर डिड महात्मा गांधी डाई ऑन 30 जनवरी 1948। सो ये तुसी यानी कि पता हो तुहानूं, बिरला हाउस है, टाटा हाउस है, गुजरात है, कलकत्ता। सो बिरला हाउस इज़ द राइट आंसर। ठीक है। who authored the book The Indian Struggle which covers the Indian independence movement from 1920 to 1942। सो इंडियन स्ट्रगल बेसिकली ये बुक किहदे द्वारा जिहड़ी हैगी भाई लिखी गई है? सो बाल गंगाधर तिलक, लाला लाजपत राय है, सुभाष चंद्र बोस है, या फिर राजेंद्र प्रसाद है। सो सुभाष चंद्र बोस द्वारा द इंडियन स्ट्रगल 1920 तो लैके 42 तक। सो याद रख लेना भाई, जिहड़ा दा आंसर आ जाऊगा सुभाष चंद्र बोस। ठीक है, इन्होंने समझाने वाला कुछ नहीं, बस जेकर तुसीं पढ़ रखा होवे ਜਾਂ रिवीजन परपज़ तो ਤੁਹਾਨੂੰ ਵਧੀਆ ਲੱਗ ਹੀ ਰਿਹਾ ਹੋਊਗਾ। हिंदुस्तान रिपब्लिक एसोसीएशन ਜਿਹੜੀ फाउंड हुई 1924 ਦੇ ਵਿੱਚ ਕਿੱਥੇ ਹੋਈ ਆ? कानपुर आ, लखनऊ आ, दिल्ली आ, ਤੇ ਜਾਂ ਫਿਰ ਪੰਜਾਬ ਆ। सो कानपुर इज़ द राइट आंसर आ जाऊगा। ठीक है, सो आंसर मेरे हिसाब ਨਾਲ ਲਾਉਣ ਦੀ ਲੋੜ नहीं। सो कानपुर इज़ द राइट आंसर। हू रोट द बुक द फर्स्ट इंडिया वॉर ऑफ इंडिपेंडेंस? एनी बसंत आ। ये 1857 ਨੂੰ ਲੈ ਕੇ बेसिकली कहा गया सी कि वह जी अपनी फर्स्ट वॉर ऑफ इंडिपेंडेंस है। किहदे द्वारा बुक लिखी गई? बहुत सौखा है, सारे पता हो। एनी बसंत, अशोका मेहता, WC बैनर्जी, या फिर VD सावरकर। सो VD सावरकर द्वारा बेसिकली ये जी बुक ऑथर की गई है। नैक्सट आ गया विच ऑफ द फॉलोइंग बिगेन विद द डांडी मार्च? विच वन ऑफ द फॉलोइंग बिगेन विद द डांडी मार्च? होम रूल मूवमेंट, नॉन कांग्रेस मूवमेंट, सिविल डिसोबीडेंस मूवमेंट, या फिर क्विट इंडिया मूवमेंट? अगेन सौखा गा, राइट है। सो डांडी मार्च के रिलेटेड सारे पता ही है। सो की आऊगा आंसर?
ਸਿਵਲ ਡਿਸਓਬੀਡੀਐਂਸ ਮੂਵਮੈਂਟ। ਜਦੋਂ ਆਪਾਂ ਰਾਊਂਡ ਟੇਬਲ ਕਾਨਫਰੰਸ ਦੀ ਗੱਲ ਕੀਤੀ ਹੈ, ਗੱਲਾਂ ਬਾਤਾਂ ਉਦੋਂ ਮੈਂ ਦੱਸੀਆਂ, ਠੀਕ ਹੈ। ਸੋ ਸਾਰਿਆਂ ਨੂੰ ਹੀ ਆਨਸਰ ਪਤਾ ਹੋਗਾ, ਸਿਵਲ ਡਿਸਓਬੀਡੀਐਂਸ ਮੂਵਮੈਂਟ। ਚਲੋ ਆਨਸਰ ਲਾ ਦੇਣਾ। ਵਿਚ ਗਵਰਨਰ ਜਨਰਲ ਇਜ਼ ਐਸੋਸੀਏਟਡ ਵਿਦ ਦ ਡਾਕਟਰੀਨ ਆਫ ਲੈਪਸ। ਸੋ ਸੌਖਾ ਗਏ ਵੀ 1853 ਦੀਆਂ ਗੱਲਾਂ ਬਾਤਾਂ। ਲਾਰਡ ਰਿਪਨ, ਲਾਰਡ ਡਲਹੌਜੀ, ਲਾਰਡ ਬੈਂਟਿਕ, ਲਾਰਡ ਕਰਜ਼ਨ। ਸੋ ਡਾਕਟਰੀਨ ਆਫ ਲੈਪਸ ਜਿਹਦੇ ਵਿੱਚ ਬਹੁਤ ਸਾਰੇ ਨੂੰ ਯਾਨੀ ਕਿ ਅਨੈਕਸ ਕਰ ਲਿਆ ਗਿਆ ਸੀਗਾ ਬਹੁਤ ਸਾਰੇ ਏਰੀਆ ਨੂੰ, ਰਾਈਟ। ਸੋ ਜਿਹਦੇ ਵਿੱਚ ਰਾਣੀ ਝਾਂਸੀ ਦਾ ਵੀ ਨਾਮ ਬਹੁਤ ਵੱਡਾ। ਸੋ ਲਾਰਡ ਡਲਹੌਜੀ ਇਜ਼ ਦਾ ਰਾਈਟ ਆਨਸਰ, ਡਾਕਟਰੀਨ ਆਫ ਲੈਪਸ। Who among the following British persons admitted the revolt of 1857 as a national revolt? यानी 1857 ਦਾ ਜਿਹੜਾ ਵਿਦਰੋਹ ਸੀਗਾ ਉਹ ਕਹਿੰਦੇ ਨੈਸ਼ਨਲ ਰਿਵੋਲਟ ਸੀ। ਕਿਹੜਾ ਬ੍ਰਿਟਿਸ਼ ਪਰਸਨ ਸੀ ਜਿਹਦੇ ਦੁਆਰਾ ਇਹ ਐਡਮਿਟ ਕੀਤਾ ਗਿਆ? ਲਾਰਡ ਡਲਹੌਜੀ, ਲਾਰਡ ਕੈਨਿੰਗ, ਲਾਰਡ ਐਲਨਬੋਰੋ ਜਾਂ ਫਿਰ ਬੈਂਜਾਮਿਨ ਡਿਜ਼ਰੇਲੀ, ਰਾਈਟ। ਸੋ ਇਹ ਬੇਸਿਕਲੀ PM ਸੀਗੇ, ਠੀਕ ਹੈ। ਤਾਂ PM UK ਦੇ PM ਆਫ UK। ਸੋ ਇਹਨਾਂ ਨੇ ਬੇਸਿਕਲੀ ਜਿਹੜਾ ਸੀਗਾ ਮੰਨਿਆ ਸੀ ਕਿ ਹਾਂ ਉਹ ਨੈਸ਼ਨਲ ਮੂਵਮੈਂਟ ਸੀ। ਸੋ ਇਹ 50 ਕੁਐਸਚਨ ਹੋ ਗਏ ਮੇਰੇ ਹਿਸਾਬ ਦੇ ਨਾਲ। ਮੈਂ ਇੱਕ ਵਾਰੀ ਐਂ ਦੇਖ ਲਾਂ ਵੀ ਕਿੰਨਾ ਟਾਈਮ ਹੋ ਗਿਆ ਸੈਸ਼ਨ ਨੂੰ। ਸੋ 35 ਮਿੰਟ ਦਾ ਬਣਿਆ। ਸੋ ਮੇਰੇ ਹਿਸਾਬ ਦੇ ਨਾਲ ਠੀਕ ਹੈ। ਆਪਾਂ ਨੈਕਸਟ ਲੈਕਚਰ ਦੇ ਵਿੱਚ ਮਿਲਦੇ ਹਾਂ, ਕਿਉਂਕਿ ਫਿਰ ਜ਼ਿਆਦਾ ਲੰਮਾ ਹੋ ਜਾਂਦਾ, ਫਿਰ ਉਹ ਸਟੂਡੈਂਟ ਕਹਿੰਦਾ ਵੀ ਜੀ ਇਹ ਬਹੁਤ ਯਾਨੀ ਕਿ ਲੰਮੀ ਵੀਡੀਓ ਬਣ ਜਾਂਦੀ, ਦੇਖੀ ਨਹੀਂ ਜਾਂਦੀ। ਤਾਂ ਮੈਂ ਨੈਕਸਟ ਪਾਰਟ ਨਾਲ ਦੀ ਨਾਲ ਹੀ ਬਣਾ ਦਿੰਦਾ, ਠੀਕ ਹੈ। 50 ਕੁਐਸਚਨ ਹੋਏ ਆ। ਸੋ ਨੈਕਸਟ ਪਾਰਟ ਦੇ ਵਿੱਚ ਆਪਾਂ ਮਿਲਦੇ ਹਾਂ। ਥੈਂਕ ਯੂ ਸੋ ਮਚ, ਬਾਬਾ ਮਿਹਰ ਕਰੇ, ਚੜ੍ਹਦੀ ਕਲਾ ਚ ਰਹੋ। ਨੈਕਸਟ ਪਾਰਟ ਦੇ ਵਿੱਚ ਵੀ ਆਪਾਂ 50 ਕੁਐਸਚਨ ਕਰ ਲਾਂਗੇ। ਬਾਏ ਬਾਏ, ਟੇਕ ਕੇਅਰ, ਥੈਂਕ ਯੂ ਸੋ ਮਚ। ਬਾਕੀ ਚੈਨਲ ਨੂੰ ਸਬਸਕ੍ਰਾਈਬ ਤਾਂ ਕਰਨਾ ਹੀ ਹੈ।